ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਆਪਾਂ ਸ੍ਰੀ ਰਾਗ ਮਹੱਲਾ ਪੰਜਵਾਂ 73 ਅੰਗ ਤੋਂ ਜਿਹੜਾ 74 ਤੱਕ ਜਾ ਰਹੀ ਹੈ ਅਸ਼ਟਪਦੀ ਪੰਜਵੀਂ ਪਾਤਸ਼ਾਹੀ ਦੀ, ਉਹ ਲੈ ਰਹੇ ਹਾਂ ਜੀ। ਅਸ਼ਟਪਦੀ ਲਿਖਿਆ ਹੈ ਪਰ ਇਹਦੇ ਪਦੇ 21 ਪਦੇ ਹੈਗੇ ਇਹਦੇ, ਔਰ ਇਹ ਦੂਸਰੀ ਹੈਗੀ ਮਹਾਰਾਜ ਦੀ, ਔਰ ਸੀਰੀਅਲ ਵਾਈਜ਼ 29ਵੀਂ ਹੈਗੀ ਆ ਅਸ਼ਟਪਦੀ ਜੀ। ਮਹਾਰਾਜ ਮਿਹਰ ਕਰਨ। ਸ੍ਰੀ ਰਾਗ ਮਹੱਲਾ ਪੰਜਵਾਂ। ਇਸ ਤੋਂ ਪਹਿਲਾਂ ਜਿਹੜੀ ਅਸ਼ਟਪਦੀ ਸੀਗੀ ਉਹਦੇ ਵਿੱਚ ਮਹਾਰਾਜ ਨੇ ਦੱਸਿਆ ਸੀਗਾ, ਆਪਾਂ ਨੂੰ ਗਿਆਨ ਦਿੱਤਾ ਸੀਗਾ ਬਈ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਇਹ ਦੋ ਰਸਤੇ ਹੈਗੇ, ਇੱਕ ਯੋਗ ਦਾ ਰਸਤਾ ਹੈਗਾ, ਇੱਕ ਭੋਗ ਦਾ ਗ੍ਰਸਥੀ ਦਾ ਰਸਤਾ ਹੈ, ਮਾਇਆ ਦਾ ਪਦਾਰਥਾਂ ਦਾ ਰਸਤਾ ਹੈਗਾ, ਇੱਕ ਪਰਮਾਤਮਾ ਦੇ ਨਾਲ ਜੁੜਨ ਦਾ ਜਿਹੜਾ ਧਿਆਨ ਸਿਮਰਨ ਵਾਲਾ, ਇਹ ਮਾਲਕ ਦੇ ਨਾਲ ਯੋਗ ਕਰਨ ਦਾ ਰਸਤਾ ਹੈ। ਦੋਨੋਂ ਰਸਤਿਆਂ ਦੇ ਵਿੱਚ ਮਾਲਕ ਪਰਮਾਤਮਾ, ਦੋਨਾਂ ਦੇ ਵਿੱਚ ਮਾਲਕ ਪਰਮਾਤਮਾ ਦੋਨਾਂ ਨੂੰ ਦੇਖ ਰਿਹਾ ਆ। ਇਹ ਦੋਨੋਂ ਹੀ ਰਸਤੇ ਮਾਲਕ ਦੇ ਬਣਾਏ ਹੋਏ ਆ। ਦੋਨੋਂ ਇਨਸਾਨ ਨੂੰ ਚੁਆਇਸ ਹੈਗੀ, ਕਿਸੇ ਵੀ ਰਸਤੇ ਤੇ ਜਾ ਸਕਦਾ ਆ, ਔਰ ਉਹ ਮਾਲਕ ਪਰਮਾਤਮਾ ਧਰਤ ਪਤਾਲ ਆਕਾਸ਼ ਦੇ ਵਿੱਚ ਹੈ, ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਫਿਰ ਨਾਮ ਦੇ ਬਾਰੇ ਮਹਾਰਾਜ ਨੇ ਦੱਸਿਆ ਸੀਗਾ, ਹੋਂ ਵਾਰਨੇ ਕੁਰਬਾਨ ਤੇਰੇ ਨਾਮ ਨੂੰ। ਔਰ ਫਿਰ ਸਾਰੀ ਖੇਡ ਨੂੰ ਮਾਲਕ ਦੇਖ ਰਿਹਾ ਆ, ਔਰ ਖੇਡ ਜਿਹੜਾ ਹੈਗਾ ਪੂਰੀ ਤਰ੍ਹਾਂ ਖੇਡ ਦੇ ਵਿੱਚ ਇਨਵਾਲਵ ਹੈਗਾ, ਔਰ ਨਾਮ ਨੂੰ ਪ੍ਰਤਾਪਦਾ ਹੈਗਾ। ਨਾਮ ਦਾ ਤੇਜ ਪ੍ਰਤਾਪ ਆ ਸਾਰਾ ਦਾ ਸਾਰਾ। ਔਰ ਨਾਮ ਜਿਹੜਾ ਹੈਗਾ ਸਤਿਗੁਰੂ ਤੋਂ ਬਗੈਰ ਨਹੀਂ ਮਿਲਦਾ, ਔਰ ਬਾਕੀ ਜਿੰਨੀ ਵੀ ਸ੍ਰਿਸ਼ਟੀ ਹੈਗੀ ਸਾਰੀ ਮਾਇਆ ਦੇ ਜਾਲ ਦੇ ਵਿੱਚ ਫਸ ਜਾਂਦੀ ਹੈ। ਸਤਿਗੁਰੂ ਨੇ ਰਸਤਾ ਦੱਸਣਾ ਆ, ਔਰ ਸਤਿਗੁਰੂ ਦੇ ਨਾਲ ਹੀ ਧਿਆਨ ਸਿਮਰਨ ਵਾਲੀ ਆਹੀ ਸਤਸੰਗਤ ਹੈਗੀ ਆ। ਸਾਰਾ ਸੰਸਾਰ ਭਰਮਾਂ ਦੇ ਵਿੱਚ ਪਿਆ ਹੋਇਆ ਹੈ, ਮਾਲਕ ਨੇ ਖਵਾਇਆ ਹੈ। ਇਹ ਖੇਡ ਹੀ ਐਸੀ ਬਣਾਈ ਹੋਈ ਹੈ, ਔਰ ਜੇ ਆਪਾਂ ਨਹੀਂ ਧਿਆਨ ਸਿਮਰਨ ਕਰਾਂਗੇ ਤੇ ਆਪਾਂ ਕਾਰਨ ਸਰੀਰ ਬਹੁਤ ਵਧੀ ਜਾਊਗਾ, ਔਰ ਜੂਨਾਂ ਦੇ ਵਿੱਚ ਗੇੜੇ ਲਾਈ ਜਾਵਾਂਗੇ। ਇਹੀ ਖੇਡ ਹੈਗੀ ਹੈ ਭਾਈ। ਔਰ ਇਹ ਸਾਰੀ ਦੀ ਸਾਰੀ ਖੇਡ ਨੂੰ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਪੂਰੀ ਤਰ੍ਹਾਂ ਵਾਚ ਕਰਦਾ ਹੈ। ਔਰ ਗੋਟੀਆਂ ਜਿਹੜੀਆਂ ਹੈਗੀਆਂ, ਜਿਹੜੇ ਜੀਵ ਹੈਗੇ ਆਉਂਦੇ ਆ ਜਾਂਦੇ ਆ, ਭੇਜਦਾ ਹੈ ਉਹਨਾਂ ਨੂੰ, ਔਰ ਥਾਂ ਥਾਈਂ ਜਿਹੜਾ ਹੈਗਾ ਜਿਸ ਤਰ੍ਹਾਂ ਦਾ ਉਹਨਾਂ ਦਾ ਹੈਗਾ ਕਰਮ ਹੈਗੇ, ਕਿਉਂਕਿ ਇਹ ਕਰਮ ਭੂਮੀ ਹੈਗੀ, ਖੇਤ ਹੈਗਾ। ਇਹ ਖੇਤ ਦੇ ਵਿੱਚ ਆਪਾਂ ਨੂੰ ਨਾਮ ਬੀਜਣ ਦਾ ਅਵਸਰ ਮਿਲਿਆ ਆ। ਨਾਮ ਬੀਜ ਲਾਂਗੇ ਤੇ ਇਹ ਖੇਡ ਨੂੰ ਜਿੱਤ ਜਾਵਾਂਗੇ, ਨਹੀਂ ਤਾਂ ਜੇ ਆਪਾਂ ਵਿਸ਼ੇ ਵਿਕਾਰ ਬੀਜਾਂਗੇ ਤੇ ਕਾਰਨ ਸ਼ੀਰ ਵਧਾ ਕੇ ਜਿਹੜਾ ਹੈਗਾ ਉਹ ਜੂਨਾਂ ਦੇ ਵਿੱਚ ਆਪਣਾ ਹਰੇਕ ਦਾ ਡੈਸਟੀਨੇਸ਼ਨ ਅਲੱਗ-ਅਲੱਗ ਹੋਊਗਾ। ਕੋਈ ਕਿਹੜੀ ਜੂਨ 'ਚ ਜਾਏਗਾ, ਕੋਈ ਕਿਹੜੀ ਜੂਨ ਦੇ ਵਿੱਚ ਜਾਏਗਾ। ਸ੍ਰੀ ਰਾਗ ਮਹੱਲਾ ਪੰਜਵਾਂ। ਪੈ ਪਾਏ ਮਨਾਈ ਸੋਏ ਜਿਉ। ਪੈ ਪਾਏ ਮਨਾਈ ਸੋਏ ਜਿਉ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਪੈਰੀਂ ਪੈ ਕੇ ਕਿਸੇ ਨੂੰ ਮਨਾਉਣਾ ਜਿਹੜਾ ਹੈਗਾ, ਆਪਣਾ ਸਭ ਕੁਝ ਅਰਪਣ ਕਰ ਦੇਣਾ। ਪੈਰੀਂ ਪੈਣ ਦਾ ਮਤਲਬ ਹੈ ਵੀ ਮੈਂ ਤੇਰੀ ਗੱਲ ਮੰਨ ਲਈ, ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਹੈਗਾ ਮੇਰੇ ਉੱਤੇ ਕਿਰਪਾ ਕਰ। ਪੈ ਪਾਏ ਮਨਾਈ ਸੋਏ ਜਿਉ, ਜਾਂ ਪੈ ਪਾਏ ਆਊਗਾ ਜੀ। ਪੈ ਪਾਏ ਮਨਾਈ ਸੋਏ ਜਿਉ, ਸਤਿਗੁਰ ਪੁਰਖੇ ਮਿਲਾਇਆ ਤਿਸ ਜੇਵੜ ਅਵਰ ਨਾ ਕੋਏ ਜਿਉ। ਰਹਾਓ। ਹੁਣ ਇੱਥੇ ਦੇਖੋ, ਸਤਿਗੁਰ ਦੇ ਰਾਰੇ ਨੂੰ ਕੋਈ ਮਾਤਰਾ ਨਹੀਂ ਹੈਗੀ, ਪੁਰਖ ਨੂੰ ਸਿਹਾਰੀ ਹੈਗੀ ਆ।
ਹੁਣ ਇੱਥੇ ਜੇ ਕਹੀਏ ਵੀ ਆਪਾਂ ਸਤਿਗੁਰੂ ਨੇ ਪੁਰਖ ਨੂੰ ਮਿਲਾ ਦਿੱਤਾ, ਸਤਿਗੁਰ ਪੁਰਖੇ ਮਿਲਾਇਆ, ਤਿਸ ਜੇਵੜ ਅਵਰ ਨਾ ਕੋਇ ਜੀਓ। ਹੁਣ ਸਤਿਗੁਰੂ ਪੁਰਖੇ ਮਿਲਾਇਆ, ਸਤਿਗੁਰ ਪੁਰਖੇ ਮਿਲਾਇਆ, ਤਿਸ ਜੇਵੜ ਅਵਰ ਨਾ ਕੋਇ ਜੀਓ। ਹੁਣ ਸਤਿਗੁਰ, ਜੇ ਇੱਥੇ ਸਤਿਗੁਰੂ ਰਾਰੇ ਨੂੰ ਸਿਆਰੀ ਹੁੰਦੀ ਤੇ ਆਪਾਂ ਜਿਹੜੇ ਹੈਗੇ ਡਾਇਰੈਕਟ ਜਿਹੜੇ ਹੈਗੇ ਸਤਿਗੁਰੂ ਨੇ ਕਰ ਦਿੰਦੇ। ਹੁਣ ਇਹ ਪੁਰਖ ਵਰਡ ਜਿਹੜਾ ਹੈਗਾ ਇਹਨੂੰ ਆਪਾਂ ਨੇ ਪਰਮਾਤਮਾ ਵੱਲ ਲਾਉਣਾ ਹੈ ਜਾਂ ਇਹ ਸਤਿਗੁਰੂ ਵੱਲ ਲਾਉਣਾ ਹੈ। ਇਹਦਾ ਕਿਸ ਤਰ੍ਹਾਂ ਅਰਥ ਹੋਣੇ? ਸਤਿਗੁਰ ਪੁਰਖੇ ਮਿਲਾਇਆ, ਸਤਿਗੁਰ ਪੁਰਖੇ ਮਿਲਾਇਆ, ਤਿਸ ਜੇਵੜ ਅਵਰ ਨਾ ਕੋਇ ਜੀਓ। ਸਤਿਗੁਰ ਪੁਰਖ ਨੇ ਕਿਸ ਨੂੰ ਮਿਲਾ ਦਿੱਤਾ? ਉਸ ਮਾਲਕ ਪਰਮਾਤਮਾ ਨੂੰ ਮਿਲਾ ਦਿੱਤਾ। ਸਤਿਗੁਰ ਪੁਰਖ ਨੇ, ਕਿਉਂਕਿ ਸਤਿਗੁਰ ਪੁਰਖ ਇਕੱਠਾ ਵੜ, ਇੱਥੇ ਇਕੱਠਾ ਪੜਿਆ ਜਾਏਗਾ। ਸਤਿਗੁਰ ਪੁਰਖ ਨੇ ਮਿਲਾਇਆ, ਤਿਸ ਜੇਵੜ ਅਵਰ ਨਾ ਕੋਇ ਜੀਓ। ਕਹਿੰਦੇ ਉਹਦੇ ਬਰਾਬਰ ਦਾ, ਜਿਹਨੂੰ ਮਿਲਾਇਆ ਹੈ ਉਹਦੇ ਬਰਾਬਰ ਦਾ ਕੋਈ ਨਹੀਂ ਹੈਗਾ। ਇਹ ਕਿਵੇਂ ਕਹਿਤਾ ਜੀ? ਕਿਹਨੂੰ ਮਿਲਾਇਆ? ਇੱਥੇ ਤਾਂ ਕਲੀਅਰ ਨਹੀਂ ਹੋ ਰਿਹਾ। ਰਹਾਓ, ਗੁਸਾਈ ਮਿਹੰਡਾ ਇਠੜਾ, ਇੱਥੋਂ ਕਲੀਅਰ ਹੋਏਗਾ ਜੀ। ਕਿਹਨੂੰ ਮਿਲਾਇਆ? ਸਤਿਗੁਰ ਪੁਰਖੇ ਮਿਲਾਇਆ, ਸਤਿਗੁਰ ਪੁਰਖੇ ਮਿਲਾਇਆ, ਤਿਸ ਜੇਵੜਾ ਅਵਰ ਨਾ ਕੋਇ ਜੀਓ। ਜਿਹਨੂੰ ਮਿਲਾਇਆ ਉਹਦੇ ਬਰਾਬਰ ਦਾ ਕੋਈ ਨਹੀਂ ਹੈਗਾ। ਰਹਾਓ, ਗੁਸਾਈ ਮਹਿੰਡਾ ਇਠੜਾ ਮਤਲਬ ਇਸ਼ਟ, ਜਿਹਨੂੰ ਆਪਾਂ ਬਹੁਤ ਜ਼ਿਆਦਾ ਪਿਆਰ ਕਰਦੇ ਹਾਂ, ਪਿਆਰਾ, ਬਹੁਤ ਜ਼ਿਆਦਾ ਸਤਿਕਾਰ ਤੇ ਪਿਆਰ ਕਰਦੇ ਹਾਂ, ਉਹਨੂੰ ਮਿਲਾਇਆ। ਉਹ ਆ ਮੇਰਾ ਗੁਸਾਈ, ਮੇਰਾ ਮਾਲਕ, ਉਹਦੇ ਬਰਾਬਰ ਦਾ ਕੋਈ ਨਹੀਂ ਹੈਗਾ। ਤਿਸ ਜੇਵੜ ਅਵਰ ਨਾ ਕੋਇ ਜੀਓ। ਰਹਾਓ, ਗੁਸਾਈ ਮਹਿੰਡਾ ਇਠੜਾ, ਅੰਮ ਅੱਬੇ ਥਾਮੋ ਮਿਠੜਾ। ਅੰਮ ਜਿਹੜਾ ਹੈਗਾ, ਅੰਮ ਦਾ ਮਤਲਬ ਅੰਬ ਨਹੀਂ, ਅੰਮ ਦਾ ਮਤਲਬ ਅੰਮਾ, ਅੱਬਾ ਮਤਲਬ ਪਿਓ, ਮਾਂ ਪਿਓ ਤੋਂ ਵੀ ਮਿੱਠਾ ਹੈਗਾ, ਮਾਂ ਪਿਓ ਤੋਂ ਵੀ ਜ਼ਿਆਦਾ ਪਿਆਰ ਕਰਨ ਵਾਲਾ ਹੈਗਾ। ਉਹ ਮਾਫ ਕਰਨਾ ਜੀ, ਮੈਂ ਲੈ ਨਹੀਂ ਸਕਿਆ, ਬਾਕੀ ਕਿੰਨੇ ਉਡੀਕ ਰਹੇ। ਗੁਸਾਈ ਮਹੰਡਾ ਇਠੜਾ, ਅੰਮ ਅੱਬੇ ਥਾਮੋ ਮਿਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਇ ਜੀਓ। ਕਹਿੰਦੇ ਮੇਰੇ ਭਰਾ ਭੈਣ ਸਾਰੇ ਸੱਜਣ ਮਿੱਤਰ, ਘਰ ਵਾਲੀ ਘਰ ਵਾਲਾ, ਸਾਰੇ ਰਿਸ਼ਤੇ ਜਿਹੜੇ ਹੈਗੇ, ਕਹਿੰਦੇ ਤੇਰੇ ਵਰਗਾ ਕੋਈ ਨਹੀਂ ਹੈ ਮਾਲਕਾ। ਤੇਰੇ ਵਰਗਾ ਸਾਥ ਨਿਭਾਉਣ ਵਾਲਾ, ਤੇਰੇ ਵਰਗਾ ਪਿਆਰ ਕਰਨ ਵਾਲਾ ਕੋਈ ਨਹੀਂ ਹੈਗਾ। ਐਸਾ ਹੈ ਉਹ ਗੁਸਾਈ, ਧਰਤੀ ਦਾ ਮਾਲਕ, ਮੇਰਾ ਸਾਈਂ, ਮੇਰਾ ਇਸ਼ਟ। ਗੁਸਾਈ ਮਹੰਡਾ ਇਠੜਾ, ਅੰਮ ਅੱਬੇ ਥਾਮੋ ਮਿਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਇ ਜੀਓ। ਤੇਰੇ ਬਰਾਬਰ ਦਾ ਕੋਈ ਨਹੀਂ ਹੈਗਾ। ਹੁਣ ਦੇਖੋ, ਸਤਿਗੁਰੂ ਨੇ ਆਪਾਂ ਨੂੰ ਗਿਆਨ ਦੇ ਦਿੱਤਾ। ਹੁਣ ਜਿਹੜਾ ਵੀ ਇਹ ਗਿਆਨ ਲੈ ਰਿਹਾ ਆ, ਇਹ ਜੇ ਸ਼ਬਦ ਇਹ ਲੈ ਰਿਹਾ, ਸ਼ਬਦ ਵਿਚਾਰ ਰਿਹਾ ਆ, ਤੇ ਉਹਦੇ ਅੰਦਰ ਕੀ ਹੋਏਗਾ? ਉਹਦੇ ਅੰਦਰ ਉਹ ਮਾਲਕ ਪਰਮਾਤਮਾ ਦੀ ਸ਼ਰਧਾ ਆ ਜਾਏਗੀ ਵੀ ਮਾਲਕ ਪਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਗੁਰੂ ਦੇ ਅਨੁਸਾਰ। ਆਹ ਗੱਲ ਘਰ ਘਰ ਜਾਏਗੀ। ਉਹ ਜਿਹੜਾ ਹੈਗਾ, ਬਾਕੀ ਜਿਹੜੇ ਹੈਗੇ ਹੋਰ ਜਿਹੜੇ ਕਰਮ ਕਾਂਡ ਆ, ਹੋਰ ਇੱਧਰ ਉੱਧਰ ਜਿਹੜਾ ਹੈਗਾ, ਉਧਰੋਂ ਜਿਹੜੇ ਹੈਗੇ ਅਧੂਰਿਆਂ ਦੇ ਕੋਲੋਂ ਟੁੱਟ ਕੇ ਜਿਹੜਾ ਹੈਗਾ ਇਹ ਮਾਲਕ ਪਰਮਾਤਮਾ ਦੀ ਭਗਤੀ ਕਰਨ ਲੱਗ ਜਾਏਗਾ। ਇਹ ਕਿਵੇਂ ਆਇਆ, ਕਿਵੇਂ ਹੋ ਗਿਆ ਇਹ ਸਾਰਾ? ਇਹ ਗੁਰੂ ਦੇ ਗਿਆਨ ਦੇ ਦੁਆਰਾ ਹੋ ਗਿਆ ਸਾਰਾ ਦਾ ਸਾਰਾ। ਇਹ ਜਿਹੜਾ ਹੈਗਾ ਸਤਿਗੁਰ ਪੁਰਖ ਨੇ ਇਸ ਪਾਸੇ ਲਾ ਦਿੱਤਾ। ਉਹ ਮਾਲਕ ਪਰਮਾਤਮਾ ਦੇ ਬਾਰੇ ਜਿਹੜਾ ਹੈਗਾ ਗਿਆਨ ਦਿੱਤਾ ਵੀ ਤੂੰ ਕਰ ਕੀ ਰਿਹਾ ਆ, ਤੂੰ ਆਪਣਾ ਸਮਾਂ ਵੇਸਟ ਕਰ ਰਿਹਾ ਹੈ। ਜਿਹਦੀ ਭਗਤੀ ਕਰਨੀ ਚਾਹੀਦੀ ਉਹ ਤਾਂ ਮਾਲਕ ਪਰਮਾਤਮਾ ਹੈਗਾ, ਦਾਤਾ ਉਹ ਹੈਗਾ, ਉਹਦੇ ਵੱਲ ਲੱਗ।
ਫਿਰ ਕੀ ਹੋਊਗਾ? ਆ ਸ਼ਿਫਟਿੰਗ ਪੁਆਇੰਟ ਹੈ, ਟਰਨਿੰਗ ਪੁਆਇੰਟ ਹੈਗਾ। ਤੇਰੇ ਹੁਕਮੇ ਸਾਵਣ ਆਇਆ। ਹੁਣ ਇੱਥੇ ਜਿਹੜਾ ਹੈ ਸਭ ਤੋਂ ਪਹਿਲਾਂ ਮੇਰਾ ਕੁਐਸਚਨ ਆਹੀ ਇਹਨੂੰ ਵਿਚਾਰਨ ਦੇ ਵਾਸਤੇ ਹੋਇਆ ਵੀ ਸਾਵਣ ਦਾ ਮਹੀਨਾ ਕਿਉਂ ਆਇਆ? ਕਿਉਂ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਬਸੰਤ ਰੁੱਤ ਕਿਉਂ ਨਹੀਂ ਆਈ? ਬਸੰਤ ਦਾ ਮਹੀਨਾ ਕਿਉਂ ਨਹੀਂ ਆ ਗਿਆ? ਇੰਨਾ ਸੋਹਣਾ ਮਹੀਨਾ ਜਿਹੜਾ ਹੈਗਾ, ਸਾਰੇ ਫੁੱਲ ਪੱਤੀਆਂ ਖਿੜਦੇ, ਸਾਵਣ ਦਾ ਮਹੀਨਾ ਹੀ ਕਿਉਂ ਆਇਆ? ਤੇਰੇ ਹੁਕਮ ਮੇ ਸਾਵਣ ਆਇਆ, ਔਰ ਮਾਲਕ ਦੇ ਹੁਕਮ ਦੇ ਨਾਲ ਸਾਵਣ ਆਇਆ। ਔਰ ਮਹਾਰਾਜ ਕਹਿੰਦੇ ਮੈਂ ਬੜਾ ਖੁਸ਼ ਹਾਂ ਵੀ ਸਾਵਣ ਆ ਗਿਆ। ਤੇਰੇ ਹੁਕਮ ਮੇ ਸਾਵਣ ਆਇਆ, ਮੈਂ ਸੱਤ ਕਾ ਹਲ ਜਵਾਇਆ। ਖੇਤੀ ਕਰਨੀ ਹੈ ਭਾਈ। ਹੁਣ ਦੇਖ ਲਓ ਖੇਤੀ ਕਰਨ ਵਾਲਿਆਂ ਦੇ ਵਾਸਤੇ ਸਾਉਣ ਦਾ ਮਹੀਨਾ ਕਿੰਨਾ ਕੁ ਇੰਪੋਰਟੈਂਟ ਹੈਗਾ। ਤੇਰੇ ਹੁਕਮ ਮੇ ਸਾਵਣ ਆਇਆ। ਕਹਿੰਦੇ ਸਾਵਣ ਕੌਣ ਹੋਇਆ? ਫਿਰ ਸਾਵਣ ਹੋਇਆ ਗੁਰੂ ਦਾ ਗਿਆਨ। ਕਹਿੰਦੇ ਤੇਰੇ ਹੁਕਮ ਦੇ ਵਿੱਚ ਹੀ ਸਾਵਣ ਆ ਗਿਆ। ਔਰ ਮੈਨੂੰ ਪਤਾ ਲੱਗ ਗਿਆ ਵੀ ਮੈਂ ਤਾਂ ਜਿਹੜਾ ਹੈਗਾ ਇੱਕ ਜੱਟ ਹੈਗਾ ਆ, ਮੈਂ ਤਾਂ ਕਿਸਾਨ ਹੈਗਾ ਆ। ਮੈਂ ਤਾਂ ਇੱਥੇ ਦੁਨੀਆ ਦੇ ਵਿੱਚ ਆਇਆ ਆ। ਖੇਤ ਸਰੀਰ ਜੋ ਬੀਜੀਏ ਸੋ ਅੰਤ ਖਲੋਇਆ ਆਏ। ਮੈਂ ਤਾਂ ਜਿਹੜਾ ਹੈਗਾ ਇਹ ਖੇਤ ਦੇ ਵਿੱਚ ਫਸਲ ਬੀਜਣੀ ਸੀਗੀ। ਮੈਂ ਤਾਂ ਕਦੀ ਇਹਨੂੰ ਵਾਹਿਆ ਹੀ ਨਹੀਂ। ਇਹਨੂੰ ਤਾਂ ਇਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਹੈਗੇ ਪੰਜ ਜਿਹੜੇ ਹੈਗੇ ਆ, ਇਹਨਾਂ ਨੇ ਮੇਰੇ ਖੇਤ ਤੇ ਕਬਜ਼ਾ ਕੀਤਾ ਹੋਇਆ ਆ। ਮੈਂ ਤਾਂ ਕਦੀ ਆਪਣੇ ਖੇਤ ਵੱਲ ਨੂੰ ਦੇਖਿਆ ਵੀ ਨਹੀਂ। ਇਹੀ ਜਿਹੜੇ ਕੰਟਰੋਲਰ ਹੈ, ਇਹੀ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਖੇਤੀ ਕਰੀ ਜਾ ਰਹੇ ਆ ਇਹਦੇ ਵਿੱਚ। ਤੇਰੇ ਹੁਕਮੇ ਸਾਵਣ ਆਇਆ, ਮੈਂ ਸੱਤ ਕਾ ਹਲ ਜਵਾਇਆ। ਕਹਿੰਦੇ ਹੁਣ ਜਿਹੜਾ ਹੈਗਾ, ਹੁਣ ਮੈਂ ਸੱਤ ਦਾ ਹਲ। ਸੱਤ ਕੀ ਹੈਗਾ? ਇੱਕ ਸੱਚ ਹੁੰਦਾ ਹੈ, ਇੱਕ ਸੱਤ ਹੁੰਦਾ ਹੈ। ਸੱਤ ਜਿਹੜਾ ਹੈਗਾ, ਸੱਤ ਕਹਿੰਦੇ ਆ ਆਪਣੇ ਚੰਗੇ ਗੁਣ ਧਾਰਨ ਕਰਨੇ ਔਰ ਮਾੜੇ ਗੁਣ ਛੱਡਣੇ। ਆਪਣਾ ਕਰੈਕਟਰ ਜਿਹੜਾ ਹੈਗਾ, ਸੱਤ ਦਾ ਮਤਲਬ ਹੈ ਕਰੈਕਟਰ, ਸੱਚਾ ਆਚਰਣ। ਕਹਿੰਦੇ ਮੈਂ ਹੁਣ ਇਹ ਸੱਚੇ ਆਚਰਣ ਦਾ ਹੱਲ, ਮੈਂ ਹੁਣ ਆਪਣਾ ਆਚਰਣ ਜਿਹੜਾ ਹੈ ਸੱਤ, ਕੰਟਰੋਲ ਆਫ ਸੈਂਸਿਸ, ਮੈਂ ਇਹ ਹਾਲ ਜਿਹੜਾ ਹੈਗਾ ਜੋੜ ਲਿਆ। ਮੈਂ ਸੱਤ ਕਾ ਹਲ ਜੋ ਆਇਆ, ਮੈਂ ਗੁਣ ਇਕੱਠੇ ਕਰਨੇ ਸ਼ੁਰੂ ਕਰ ਦਿੱਤੇ, ਆਉਗੁਣ ਛੱਡਣੇ ਸ਼ੁਰੂ ਕਰ ਦਿੱਤੇ। ਮੈਂ ਸੱਤ, ਕਿਉਂਕਿ ਇਹ ਜਿਹੜੀ ਹੈ ਰਿਕੁਆਇਰਮੈਂਟ ਹੈਗੀ ਆ, ਇਹ ਉਸ ਖੇਤੀ ਦੀ ਰਿਕੁਆਇਰਮੈਂਟ ਹੈਗੀ ਆ। ਇਹ ਨਾਮ ਰੂਪੀ ਜਿਹੜੀ ਕਣਕ ਜਿਹੜੀ ਬੀਜਣੀ ਆ, ਉਹਦੀ ਰਿਕੁਆਇਰਮੈਂਟ ਹੈਗੀ ਆ। ਸਾਉਣ ਦੇ ਵਿੱਚ ਤਾਂ ਵੈਸੇ ਜਿਹੜਾ ਹੈਗਾ ਆਪਾਂ ਸਾਉਣੀ ਇਹ ਚੌਲ ਬੀਜਦੇ ਆ। ਇਹ ਜਿਹੜਾ ਹੈਗਾ ਨਾਮ ਵਾਲੀ ਖੇਤੀ ਆ। ਤੇਰੇ ਹੁਕਮੇ ਸਾਵਣ ਆਇਆ, ਮੈਂ ਸੱਤ ਕਾ ਹਲ ਜਵਾਇਆ। ਨਾਉ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜਿਓ। ਕਹਿੰਦੇ ਮਾਲਕਾ ਦੇਖ, ਹੁਣ ਮੇਰੇ ਗੁਰੂ ਨੇ ਮੈਨੂੰ ਜਿਹੜਾ ਹੈਗਾ, ਤੂੰ ਗੁਰੂ ਨੂੰ ਮਿਲਾ ਦਿੱਤਾ। ਤੇਰਾ ਉਪਕਾਰ ਆ, ਕਿਉਂਕਿ ਸਾਉਣ ਆਇਆ ਤੇ ਤੇਰੇ ਹੁਕਮ ਦੇ ਵਿੱਚ ਸਾਉਣ ਆ ਗਿਆ। ਗੁਰੂ ਮਿਲਿਆ ਮੈਨੂੰ, ਤੇਰੇ ਹੁਕਮ ਦੇ ਵਿੱਚ ਆਇਆ। ਗੁਰੂ ਨੇ ਗਿਆਨ ਦੀ ਵਰਖਾ ਕਰ ਦਿੱਤੀ ਮੈਨੂੰ, ਔਰ ਮੈਨੂੰ ਜਿਹੜਾ ਹੈਗਾ ਨਾਮ ਦਾ ਸੱਤ ਦਾ ਹਲ ਚੁੱਕਿਆ। ਮੈਂ ਇਹ ਗੁਰੂ ਨੇ ਦੱਸਿਆ, ਭਾਈ ਤੂੰ ਇਸ ਵਾਸਤੇ ਆਇਆ, ਆ ਹਲ ਚੁੱਕ, ਨਾਮ ਨੂੰ ਬੀਜ, ਨਾਮ ਨੂੰ ਬੀਜ ਪਿਆਰਿਆ। ਨਾਮ ਬੀਜਣ ਲੱਗਾ ਆਸ ਕਰ। ਮਾਲਕਾ ਆਸ ਤੇਰੇ ਉੱਤੇ ਆ, ਮੈਂ ਖੇਤੀ ਕਰਨ ਲੱਗਾ ਹਾਂ। ਇਹ ਜਿਹੜਾ ਮੇਰੀ ਖੇਤੀ ਆ, ਇਹਨੂੰ ਭਾਗ ਲਾਈ ਮਾਲਕਾ। ਇਹ ਜਿਹੜਾ ਹੈਗਾ ਬੋਹੜ ਬਣ ਜਾਏ, ਜੰਮ ਜਾਏ, ਬੋਹੜ ਜੰਮ ਜਾਏ, ਬਹੁਤ ਜਿਹੜੀ ਹੈਗੀ ਉਪਜ ਹੋ ਜਾਏ। ਤੇਰੇ ਹੁਕਮ ਮੇ ਸਾਵਣ ਆਇਆ, ਮੈਂ ਸੱਤ ਕਾ ਹਲ ਜਵਾਇਆ। ਨਾਮ ਬੀਜਣ ਲੱਗਾ ਆਸ ਕਰ, ਹਰ ਬੋਹਲ ਬਖਸ਼ ਜਮਾਏ ਜਿਓ। ਇਹ ਤੇਰੀ ਬਖਸ਼ਿਸ਼ ਦਾ ਬੋਹੜ ਜਮਣਾ ਹੈ ਮਾਲਕਾ। ਤੇਰੀ ਬਖਸ਼ਿਸ਼ ਦੇ ਨਾਲ ਇਹ ਖੇਤੀ ਨੂੰ ਭਾਗ ਲੱਗਣੇ ਆ। ਮਿਹਰ ਕਰੀ, ਮਿਹਰ ਕਰੀ, ਤੇਰੀ ਆਸ ਆ। ਹਾਂ ਗੁਰ ਮਿਲ ਇੱਕ ਪਛਾਣ ਦਾ ਕੰਡੀਸ਼ਨ ਆ ਗਈ ਭਾਈ। ਕਹਿੰਦੇ ਹੁਣ ਮੇਰੇ ਗੁਰੂ ਨੇ ਕਹਿਤਾ ਬਈ ਦੇਖ, ਸਭ ਤੋਂ ਪਹਿਲੀ ਚੀਜ਼ ਹੈਗੀ ਆ, ਜੇ ਤੂੰ ਹੁਣ ਧਿਆਨ ਸਿਮਰਨ ਕਰਨ ਲੱਗਾ ਹੈ
ਤੇ ਸਾਰਿਆਂ ਨੂੰ ਮਾਫ ਕਰ ਦੇ। ਸਭ ਤੋਂ ਪਹਿਲਾਂ ਆਪਣੇ ਆਪ ਨੂੰ ਵੀ ਮਾਫ ਕਰ ਦੇ। ਹਾਂ, ਗੁਰਮਿਲ ਇੱਕ ਪਛਾਣਦਾ। ਬਾਣੀ ਕਹਿੰਦੀ ਹੈ ਭਾਈ ਨਹੀਂ ਮੰਨਾਂਗੇ ਆਪਣੀ ਮਰਜ਼ੀ ਹੈ। ਗੁਰੂ ਕਹਿੰਦਾ ਹੈ ਭਾਈ ਜੇ ਗੁਰੂ ਨੂੰ ਮਿਲੇ ਹੋ, ਜੇ ਇੱਕ ਨੂੰ ਪਛਾਣਦੇ, ਜੇ ਮਾਫ ਕਰ ਰਹੇ ਹੋ ਤੇ ਗੁਰੂ ਨੂੰ ਮਿਲੇ ਹੋ, ਨਹੀਂ ਤਾਂ ਗੁਰੂ ਨੂੰ ਨਹੀਂ ਮਿਲੇ। ਇੱਥੇ ਆਪਾਂ ਗੁਰੂ ਤੋਂ ਵੱਖ ਹੋ ਰਹੇ ਹਾਂ। ਹਾਂ, ਗੁਰਮਿਲ ਇੱਕ ਪਛਾਣਦਾ ਬਹੁਤ ਇੰਪੋਰਟੈਂਟ ਨੁਕਤਾ ਹੈਗਾ। ਜੇ ਖੇਤੀ ਬੋਹੜ ਬਖਸ਼ ਚਾਹੀਦਾ ਹੈ, ਬੋਹੜ ਬਖਸ਼ਿਸ਼ ਦਾ ਬੋਹੜ ਖੇਤੀ ਨਾਮ ਦੀ ਬੀਜਣਾ ਚਾਹੁੰਦੇ ਆ, ਤੇ ਕੰਡੀਸ਼ਨ ਹੈਗੀ ਆ, ਮੇਜਰ ਕੰਡੀਸ਼ਨ ਹੈਗੀ ਆ ਭਾਈ। ਇਮੀਡੀਏਟਲੀ ਦੇਖ ਲਓ, ਮਾਲਕ ਦੇ ਉੱਤੇ ਮਾਲਕ ਨੂੰ ਬੇਨਤੀ ਕੀਤੀ ਹੈ ਬਖਸ਼ਿਸ਼ ਦੇ ਬੋਲ ਦੀ। ਨੈਕਸਟ ਤੀਸਰਾ ਅੰਗ ਜਿਹੜਾ ਹੈਗਾ, ਤੀਸਰਾ ਨੰਬਰ ਆ ਕਹਿ ਰਿਹਾ ਹੈ ਭਾਈ ਹਾਂ ਗੁਰਮਿਲ ਇੱਕ ਪਛਾਣਦਾ। ਹੁਣ ਅੱਗੇ ਦੇਖ ਲਓ, ਨਹੀਂ ਪਛਾਣਾਂਗੇ ਇੱਕ ਦੂਆ ਕਾਗਲ ਚਿੱਤ ਨਾ ਜਾਣਦਾ। ਬਸ ਇੱਥੇ ਫਸ ਗਏ ਆਪਾਂ। ਫਿਰ ਨਹੀਂ ਇੱਕ ਪਛਾਣਿਆ, ਨਹੀਂ ਮਾਫ ਕੀਤਾ, ਤੇ ਫਿਰ ਕੀ ਹੋਊਗਾ? ਫਿਰ ਡੁਆਲਿਟੀ ਦੇ ਵਿੱਚ ਰਵਾਂਗੇ ਆਪਾਂ। ਡੁਆਲਿਟੀ ਦੇ ਵਿੱਚ ਰਵਾਂਗੇ ਤੇ ਫਿਰ ਕਾਗਲ ਤਿਆਰ ਹੈ। ਕਾਗਲ ਕਹਿੰਦੇ ਕਾਗਜ਼ ਕਹਿੰਦੇ ਲੇਖੇ ਨੂੰ। ਨਾਨਕ ਆਖੇ ਰੇ ਮਨਾ ਸੁਣੀਏ ਸਿੱਖ ਸਹੀ। ਇਹ ਮੇਰੇ ਮਨਾ ਮਾਫ ਕਰ ਸਾਰਿਆਂ ਨੂੰ, ਸਿੱਖਿਆ ਲੈ। ਲੇਖਾ ਰੱਬ ਮੰਗੇਸੀਆ ਬੈਠਾ ਕੱਢ ਵਹੀ। ਹਾਂ ਗੁਰਮਿਲ ਇੱਕ ਪਛਾਣਦਾ। ਦੂਆ ਕਾਗਲ ਚਿੱਤੇ ਨਾ ਜਾਣਦਾ। ਚਿੱਤ ਦੇ ਵਿੱਚ ਆਉਣਾ ਹੈ, ਤੁਹਾਡੇ ਚਿੱਤ ਨੇ ਜਿਹੜਾ ਲੇਖਾ ਲਿਖਣਾ ਹੈ। ਇਹ ਡੁਆਲਿਟੀ ਦਾ, ਇਹ ਜਿਹੜਾ ਹੈਗਾ ਕਰਮਾਂ ਦਾ ਲੇਖਾ, ਜਿਹਦੇ ਨਾਲ ਜੂਨਾਂ ਦੇ ਵਿੱਚ ਘੁੰਮ ਰਹੇ ਹਾਂ ਆਪਾਂ, ਇਹ ਲੇਖਾ ਚਿੱਤ ਨੇ ਲਿਖਣਾ ਹੈ। ਜਦ ਤੱਕ ਮਾਫ ਨਹੀਂ ਕਰਦੇ ਲੇਖਾ ਜਾਰੀ ਰਹੇਗਾ। ਵਾਹਿਗੁਰੂ, ਇੱਕ ਸੈਕਿੰਡ ਜੀ। ਹਾਂ ਗੁਰਮਿਲ ਇੱਕ ਪਛਾਣਦਾ। ਦੂਆ ਕਾਗਲ ਚਿੱਤ ਨਾ ਜਾਣਦਾ। ਕਹਿੰਦੇ ਮੈਂ ਨਹੀਂ ਚਿੱਤ ਦੇ ਵਿੱਚ ਰੱਖਦਾ ਹੁਣ ਕਿਸੇ ਦੇ ਨਾਲ, ਕਿਸੇ ਦੀ ਗਲਤੀ, ਉਹਦੀ ਆਪਣੀ ਗਲਤੀ ਆ। ਉਹ ਵਿਚਾਰਾ ਜਿਹੜਾ ਹੈਗਾ, ਜੇ ਉਹਨੂੰ ਗਿਆਨ ਹੋਏ ਤੇ ਫਿਰ ਉਹ ਜਿਹੜਾ ਹੈਗਾ ਉਹ ਗਲਤੀ ਕਿਉਂ ਕਰੇ? ਔਰ ਆਪਣੇ ਆਪ ਨੂੰ ਵੀ ਮਾਫ ਕਰ ਦੇਣਾ। ਆਪਣੇ ਆਪ ਨੂੰ, ਆਪਣੀਆਂ ਗਲਤੀਆਂ ਉਹਦੇ ਨਾਲੋਂ ਜ਼ਿਆਦਾ ਹੈਗੀਆਂ। ਆਪਣੇ ਅੰਦਰ ਦੇਖਾਂਗੇ ਤੇ ਆਪਾਂ ਤਾਂ ਐਸੇ ਕਾਰਨਾਮੇ ਕੀਤੇ ਆ ਜਿਹੜੇ ਕਦੀ ਜਿਹੜੇ ਹੈਗੇ ਆਪਾਂ ਨੂੰ ਹਮੇਸ਼ਾ ਹੀ ਤੰਗ ਕਰਨਗੇ। ਆਪਣੇ ਆਪ ਨੂੰ ਵੀ ਮਾਫ ਕਰ ਦੇਣਾ ਹੈ। ਹਾਂ ਗੁਰਮਿਲ ਇੱਕ ਪਛਾਣਦਾ। ਦੂਆ ਕਾਗਲ ਚਿੱਤ ਨਾ ਜਾਣਦਾ। ਹਰ ਇੱਕ ਤੇ ਕਾਰੇ ਲਾਇਓਨ ਜਿਉ ਭਾਵੈ ਤਿਵੇਂ ਨਿਭਾਹੇ ਜਿਉ। ਹਰ ਇੱਕ ਤੇ ਕਾਰੇ ਲਾਇਓਨ, ਮਾਲਕ ਨੇ ਇੱਕ ਕੰਮ ਦੇ ਵਾਸਤੇ ਲਾ ਦਿੱਤਾ ਆ। ਮੇਰੇ ਗੁਰੂ ਨੇ, ਦੇਖ ਲਓ ਕਿੱਥੋਂ ਗੁਰੂ ਔਰ ਕਿੱਥੇ ਮਾਲਕ ਔਰ ਕਿੱਥੇ ਆਕਾਰ ਔਰ ਕਿੱਥੇ ਬੇਨਤੀਆਂ। ਹਰ ਇੱਕ ਤੇ ਕਾਰੇ ਲਾਇਓਨ ਜਿਉ ਭਾਵੈ ਤਿਵੇਂ ਨਿਭਾਹੇ ਜਿਉ। ਮਾਲਕਾ ਜਿਸ ਤਰ੍ਹਾਂ ਵੀ ਤੈਨੂੰ ਚੰਗਾ ਲੱਗਦਾ ਹੈ ਨਾ, ਬਸ ਮੇਰੀ ਆ ਖੇਤੀ ਜਿਹੜੀ ਹੈਗੀ ਆ, ਇਹਨੂੰ ਨਾ ਜਿਹੜਾ ਹੈਗਾ ਦੇਖ, ਇਹਦੇ ਵਾਸਤੇ ਜਿਹੜਾ ਹੈਗਾ ਮੇਰੀ ਹੈਲਪ ਕਰਦਾ ਰਹੇ। ਹਰ ਇੱਕ ਤੇ ਕਾਰੇ, ਇੱਕ ਕੰਮ ਵਾਸਤੇ ਲਾਇਆ ਤੂੰ, ਗੁਰੂ ਨੂੰ ਮਿਲਾਇਆ ਹੈ। ਸਾਰਾ ਕੁਛ ਤੇਰੇ ਭਾਣੇ ਦੇ ਵਿੱਚ ਹੋ ਰਿਹਾ ਆ। ਬਸ ਮੇਰੀ ਬੇਨਤੀ ਹੈਗੀ ਮਾਲਕਾ, ਤੇਰੀ ਮਿਹਰ ਦੇ ਬਗੈਰ ਜਿਹੜਾ ਹੈਗਾ ਇਹ ਕਾਰ ਨਹੀਂ ਹੋਣੀ। ਹਰ ਇੱਕ ਤੇ ਕਾਰੇ ਲਾਇਓਨ ਜਿਉ ਭਾਵੈ ਤਿਵੇਂ ਨਿਭਾਹੇ ਜਿਉ। ਜਿਸ ਤਰ੍ਹਾਂ ਵੀ ਮਾਲਕਾ ਹੁੰਦਾ ਹੈ, ਮੇਰੀ ਆ ਜਿਹੜੀ ਹੈ ਨਾ, ਸਮਾਂ ਜਿਹੜਾ ਮੇਰਾ ਮਿਲਿਆ ਹੋਇਆ, ਇਹ ਮਨੁੱਖੀ ਜੂਨ ਜਿਹੜੀ ਹੈਗੀ, ਇਹਨੂੰ ਨਿਭਾ ਦੇ ਮਾਲਕਾ, ਤੋੜ ਨਿਭਾ ਦੇ। ਫਿਰ ਮੈਂ ਨਾ ਭੁੱਲ ਜਾਣਾ ਹੈ ਜੀ। ਤੁਸੀਂ ਭੋਗ ਹੋ ਪੁੰਛੋ ਭਾਈ ਹੋ, ਗੁਰੇ ਦੀਵਾਨ ਕਵਾਏ ਪਹਿਨਾਈਓ। ਮਾਫ ਕਰਨਾ ਜੀ, ਜਰਾ ਨਾ ਪਹਿਲਾਂ ਆ ਜਾਇਆ ਕਰੋ ਪਲੀਜ਼। ਉਹਦੇ ਨਾਲ ਕੀ ਹੁੰਦਾ ਨਾ, ਮੈਂ ਭੁੱਲ ਜਾਣਾ ਹੈ। ਜੇ ਧਿਆਨ ਜਿਹੜਾ ਹੈਗਾ ਦੂਸਰੇ ਪਾਸੇ ਹੋ ਜਾਂਦਾ ਹੈ ਮੇਰਾ, ਤੇ ਮੈਂ ਰਿਕੁਐਸਟ ਨਹੀਂ ਦੇਖ ਪਾਉਂਦਾ। ਤੁਸੀਂ ਭੋਗ ਹੋ ਪੁੰਚੋ ਭਾਈ ਹੋ, ਚੌਥਾ ਬੰਦ ਲੈ ਰਹੇ ਆਪਾਂ।
ਔਰ ਅੰਗ ਜਿਹੜਾ ਹੈਗਾ 1 ਸੈਕਿੰਡ 73 ਤੇ 74 ਇਹ ਸ਼ਬਦ 73 ਤੋਂ ਚੱਲ ਕੇ 74 ਤੱਕ ਜਾਂਦਾ ਹੈ। ਤੁਸੀਂ ਭੋਗੋ ਪੁੰਚੋ ਭਾਈ ਹੋ, ਗੁਰ ਦੀਵਾਨ ਕਵਾਏ ਪਹਿਨਾਈਓ। ਕਹਿੰਦੇ ਤੁਸੀਂ ਭੋਗੋ ਪੁੰਚੋ ਭਾਈਓ, ਆਹੀ ਹੈਗਾ ਭਾਈ, ਆਹੀ ਹੈਗਾ ਭੋਜਨ, ਆਹੀ ਖੁਰਾਕ ਹੈਗੀ ਜਿਹਦੇ ਲੈਣ ਵਾਸਤੇ ਆਏ ਆ ਆਪਾਂ। ਇਹ ਸਤਸੰਗੀਓ, ਇਹ ਭਰਾਵੋ, ਆਹ ਕੰਮ, ਆਹ ਜਿਹੜੀ ਖੇਤੀ ਕਰੋ, ਆਹ ਜਿਹੜਾ ਹੈਗਾ, ਆਹ ਭੋਜਨ ਇਕੱਠਾ ਕਰੋ, ਇਹਨੂੰ ਭੋਜਨ ਨੂੰ ਹਜਮ ਕਰੋ, ਇਹਦੇ ਨਾਲ ਮਨ ਦੀ ਭੁੱਖ ਲੈਣੀ ਆ। ਤੁਸੀਂ ਭੋਗੋ ਪੁੰਛੋ ਭਾਈ ਹੋ, ਗੁਰ ਦੀਵਾਨ ਕਵਾਏ ਪਹਿਨਾਈਓ। ਇਹ ਤਾਂ ਗੁਰੂ ਨੇ ਕੀ ਕਰ ਦਿੱਤਾ, ਮੈਨੂੰ ਐਸਾ ਸਰੋਪਾ ਦੇ ਦਿੱਤਾ ਕਿ ਜਿਹੜਾ ਮਾਲਕ ਦੇ ਦਰਗਾਹ ਤੇ ਵੀ ਮੈਨੂੰ ਜਿਹੜਾ ਹੈਗਾ ਮੇਰੀ ਇੱਜ਼ਤ ਵਧਾ ਰਿਹਾ ਹੈ, ਇੱਜ਼ਤ ਵਧਾਊਗਾ। ਐਸੀ ਕਵਾਏ ਪਾ ਦਿੱਤੀ ਮੇਰੇ ਗਲ ਦੇ ਵਿੱਚ, ਐਸਾ ਸਰੋਪਾ ਦੇ ਦਿੱਤਾ ਮੈਨੂੰ, ਐਸਾ ਜਿਹੜਾ ਹੈਗਾ ਨਾਮ ਸਿਮਰਨ ਵਾਲਾ ਜਿਹੜਾ ਹੈਗਾ, ਐਸਾ ਪ੍ਰੇਮਾ ਭਗਤੀ ਵਾਲਾ ਜਿਹੜਾ ਸਰੋਪਾ ਦਿੱਤਾ ਗੁਰੂ ਨੇ, ਐਸੀ ਕਾਰ ਦੇ ਵਿੱਚ ਲਾ ਦਿੱਤਾ, ਐਸੀ ਖੇਤੀ ਕਰਨ ਦੇ ਵਿੱਚ ਲਾ ਦਿੱਤਾ। ਇਹਦੇ ਨਾਲ ਕੀ ਹੋਇਆ? ਹਾਂ ਹੋਆ ਮਾਹਰ ਪਿੰਡ ਦਾ, ਬਨ ਆਂਦੇ ਪੰਜ ਸਰੀਕ ਜੀਓ। ਕਹਿੰਦੇ ਸਰੀਰ ਦੇ ਬਾਰੇ ਪਤਾ ਹੀ ਨਹੀਂ ਸੀਗਾ ਮੈਨੂੰ, ਮੇਰੇ ਸਰੀਰ ਦੇ ਵਿੱਚ ਜਿਹੜਾ ਹੈਗਾ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਵੀ ਬੈਠੇ ਹੋਏ ਆ, ਮੇਰੇ ਅੰਦਰ ਇਹ ਹਉਮੈ ਵੀ ਹੈਗੀ ਆ, ਆਦਾ ਕੋਈ ਮੈਨੂੰ, ਕੋਈ ਮੇਰੇ ਅੰਦਰ ਪ੍ਰਾਣ ਸ਼ਕਤੀ ਵੀ ਹੈਗੀ ਆ, ਮੇਰੇ ਅੰਦਰ ਦਸਮ ਦੁਆਰ ਵੀ ਹੈਗਾ ਆ, ਮੇਰੇ ਅੰਦਰ ਮੇਰੇ ਹਿਰਦੇ ਚ ਮਾਲਕ ਪਰਮਾਤਮਾ ਵੀ ਹੈਗਾ ਗੁਪਤ ਰੂਪ ਦੇ ਵਿੱਚ, ਜਿਹਨੇ ਪ੍ਰਗਟ ਹੋਣਾ ਹੈ। ਮੇਰੇ ਅੰਦਰ ਸਵਾਦ ਹੈਗੇ ਆ, ਸਵਾਦ ਸਨਾ ਟੋਪ ਮਮਤਾ ਕੋ ਕਬੁੱਧ ਕਮਾਨ ਚੜਾਈ। ਸਵਾਦ ਦਾ ਸਨਾ ਹੈਗਾ, ਸਵਾਦ ਦੀ ਕਵਚ ਹੈਗੀ ਆ। ਜਦ ਤੱਕ ਸਵਾਦਾਂ ਦੇ ਵਿੱਚ ਹੈਗੇ ਆ, ਇੱਥੇ ਪ੍ਰੋਗਰੈਸ ਨਹੀਂ ਆਏਗੀ। ਸਵਾਦ ਸਨਾ, ਕਬੀਰ ਜੀ ਕਹਿੰਦੇ ਆ, ਕਿਉਂ ਲੀਜੇ ਗੜਬੰਕਾ ਪਾਈ, ਦੋਵਰ ਕੋਟ ਔਰ ਤੇਵਰ ਖਾਈ। ਇਹਦੇ ਵਿੱਚ ਸਵਾਦ ਸਨਾ ਟੋਪ ਮਮਤਾ ਕੋ, ਮਮਤਾ ਦੀ ਟੋਪੀ ਆ, ਮੋਹ ਦੀ ਬਿਲਕੁਲ ਪ੍ਰੋਟੈਕਟ ਕਰ ਰਹੀ ਹੈ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਆਹੀ ਤਾਂ ਹੈ ਇਹਨਾਂ ਦੇ ਹਥਿਆਰ। ਜਦ ਤੱਕ ਸਵਾਦਾਂ ਦੇ ਵਿੱਚ ਫਸੇ ਹੋਏ ਆ, ਦੁਨਿਆਵੀ ਸਵਾਦਾਂ ਦੇ ਵਿੱਚ, ਤਦ ਤੱਕ ਜਿਹੜਾ ਹੈਗਾ ਗੱਲ ਬਣਨੀ ਨਹੀਂ। ਤਦ ਤੱਕ ਤਾਂ ਇਹ ਕੰਮ ਸਵਾਦ ਦੇ ਵਿੱਚ ਹੈਗਾ, ਤੇ ਫਿਰ ਉਹਨੇ ਹੁੱਕ ਐਂਡ ਕਰੁੱਕ ਸਵਾਦ ਮੰਨਣਾ ਹੈ। ਔਰ ਸਵਾਦ ਮੰਨਣਾ ਹੈ ਤੇ ਦੇਖ ਲਓ ਭਾਈ, ਖਾਣ ਦਾ ਉੱਤੇ ਹੀ ਲਾ ਲਓ। ਜਿਹੜਾ ਹੈਗਾ ਆਪਾਂ ਜੀਭ ਦੇ ਨਾਲ ਖਾ ਰਹੇ ਹਾਂ, ਜੀਭ ਦੇ ਵਾਸਤੇ ਖਾ ਰਹੇ ਹਾਂ। ਪੇਟ ਨੂੰ ਤਾਂ ਕਦੀ ਕਿਸੇ ਨੇ ਪੁੱਛਿਆ ਵੀ ਨਹੀਂ ਬਈ ਤੈਨੂੰ ਭਾਈ ਚਾਹੀਦਾ, ਤੈਨੂੰ ਭੁੱਖ ਲੱਗੀ ਇਸ ਚੀਜ਼ ਦੀ। ਪੇਟ ਦੀ ਤਾਂ ਸੁਣਦੇ ਹੀ ਨਹੀਂ, ਪੇਟ ਚੋਂ ਤਾਂ ਕਦੀ ਆਵਾਜ਼ ਹੀ ਨਹੀਂ ਆਉਂਦੀ। ਬਸ ਟਾਈਮ ਹੋ ਗਿਆ ਜੀ, ਆ ਚਾਹ ਦਾ ਟਾਈਮ ਆ ਜਿਹੜਾ ਹੈ ਨਾਸ਼ਤੇ ਦਾ ਟਾਈਮ, ਆ ਜਿਹੜਾ ਆਸਤਾ ਆ ਟਾਈਮ ਹੈ ਜੋ ਨਹੀਂ ਬੇਟਾਈਮ ਆ, ਜਿਹੜਾ ਜਦੋਂ ਅੱਖਾਂ ਨੇ ਦੇਖ ਲਿਆ ਉਹ ਚਾਹੀਦਾ ਭਾਈ ਸਾਰਾ। ਸਵਾਦ ਸਨਾ ਟੋਪ ਮਮਤਾ ਕੋ ਕੁਬੁੱਧ ਕਮਾਨ ਚੜਾਈ। ਹੋਰ ਕੁਬੁੱਧੀ ਦੀ ਕਮਾਨ ਹੈਗੀ ਆ ਭਾਈ, ਬਾਰ-ਬਾਰ ਤੀਰ ਨਿਕਲ ਰਹੇ ਆ। ਕੁਬੁੱਧੀ ਹੈ, ਮਾੜੀ ਬੁੱਧੀ ਹੈ, ਜੋ ਦੇਖ ਲਿਆ ਅੱਖਾਂ ਨੇ, ਜੋ ਦੇਖ ਲਿਆ ਵੀ ਆਹ ਚਾਹੀਦਾ ਹੀ ਚਾਹੀਦਾ ਮੈਨੂੰ, ਆਹ ਖਾਣਾ ਹੀ ਖਾਣਾ ਹੈ, ਆਹ ਭੋਗਣਾ ਹੀ ਭੋਗਣਾ ਹੈ। ਇਹ ਕੁਬੁੱਧੀ ਦੀ ਕਮਾਨ ਹੈ, ਔਰ ਇਹਦੇ ਵਿੱਚੋਂ ਤੀਰ ਨਿਕਲ ਰਹੇ। ਹੁਣ ਆਹ ਚਾਹੀਦਾ ਹੈ, ਆਹ ਨਿਕਲਿਆ ਇੱਕ ਤੀਰ ਤ੍ਰਿਸ਼ਨਾ ਦਾ, ਆਹ ਖਾਣਾ ਹੈ, ਦੂਜਾ ਤੀਰ ਨਿਕਲ ਗਿਆ, ਤ੍ਰਿਸ਼ਨਾ ਦੇ ਤੀਰ ਨਿਕਲ ਰਹੇ ਇਹਦੇ ਵਿੱਚੋਂ, ਫਟਾਫਟ ਮਾਰੀ ਜਾ ਰਿਹਾ ਤੀਰ, ਪਤਾ ਨਹੀਂ ਕਿੰਨੇ ਕੁ ਤੀਰ ਹੈਗੇ। ਹਾਂ ਹੋਆ ਮਾਹਰ, ਸਾਰੀ ਉਮਰ ਜਿਹੜੇ ਇਹੀ ਤੀਰ ਚਲਾਈ ਜਾਂਦੇ ਆਪਾਂ। ਤੁਸੀਂ ਭੋਗ ਹੋ ਪੁੰਚੋ ਭਾਈ ਹੋ, ਗੁਰ ਦੀਵਾਨ ਕਵਾਏ ਪਹਿਨਾਈਓ। ਹਾਂ ਹੋਆ ਮਾਹਰ ਪਿੰਡ ਦਾ, ਬਨ ਆਂਦੇ ਪੰਜ ਕਿਰਸਾਨ, ਪੰਜ ਸ਼ਰੀਕ ਜੀਓ। ਲਓ ਆ ਦੇਖ ਲਓ ਭਾਈ, ਸ਼ਰੀਕ ਕਹਿ ਰਹੇ ਮਹਾਰਾਜ। ਸ਼ਰੀਕ ਜਿਹੜੇ ਹੈਗੇ, ਸ਼ਰੀਕ ਤਾਂ ਕਹਿੰਦੇ ਮਿੱਟੀ ਦਾ ਵੀ ਮਾਣ ਨਹੀਂ ਹੁੰਦਾ। ਸ਼ਰੀਕ ਜਿਹੜਾ ਹੈਗਾ ਹੁਣ ਦੇਖੋ ਇੱਕ ਜੱਟ ਹੈਗਾ,
ਉਹਦੇ 12 ਕਿੱਲੇ ਜ਼ਮੀਨ ਹੈਗੀ ਆ, ਉਹਦਾ ਇੱਕ ਮੁੰਡਾ ਹੈਗਾ, ਪੂਰੇ 12 ਕਿੱਲੇ ਉਹਨੂੰ ਮਿਲ ਜਾਣੇ ਆ। 2 ਮੁੰਡੇ ਹੋ ਗਏ 6 ਹੋ ਗਈ, 3 ਮੁੰਡੇ ਹੋ ਗਏ 4 ਹੋ ਗਈ, 4 ਮੁੰਡੇ ਹੋ ਗਏ 3 ਕਿੱਲੇ ਹੋ ਗਏ। ਆ ਲੋ, ਆ ਸ਼ਰੀਕ ਹੋ ਗਏ। ਸ਼ਰੀਕ ਮਤਲਬ ਸ਼ੇਅਰ। ਹੋਆ ਮਾਹਰ ਪਿੰਡ ਦਾ ਬਨੇ ਆਂਦੇ 5 ਸ਼ਰੀਕ ਜੀਓ। ਇਹ ਸ਼ਰੀਕ ਕਾਮ ਕ੍ਰੋਧ ਲੋਭ ਮੋਹ ਕਾਰ ਕੀ ਕਰ ਰਹੇ ਸੀਗੇ? ਇਹ ਕਾਹਦੇ 'ਚ ਸ਼ਰੀਕ ਹੋ ਰਹੇ ਸੀਗੇ? ਇਹ ਕੀ ਚੀਜ਼ ਨੂੰ ਸ਼ੇਅਰ ਕਰੀ ਜਾ ਰਹੇ ਸੀਗੇ? ਇਹ ਜਿਹੜੇ ਹੈਗੇ ਸਵਾਸਾਂ ਨੂੰ ਸ਼ੇਅਰ ਕਰ ਰਹੇ ਸੀਗੇ। ਮੇਰੇ ਕੋਲ ਮਨੁੱਖੀ ਜੀਵਨ ਮਿਲੀ ਸੀ, ਉਹਨੂੰ ਸ਼ੇਅਰ ਕਰ ਰਹੇ ਸੀਗੇ। ਇਹ ਪੂਰਾ ਕਬਜ਼ਾ ਸੀਗਾ ਇਹਨਾਂ ਦਾ। ਇਹ ਸਾਰਾ ਦੇ ਸਾਰੇ ਸਵਾਸ ਇਹ ਆਪਣੇ ਵੱਲ, ਇਹਨਾਂ ਦੀਆਂ ਪੂਰਤੀਆਂ ਕਰਨ ਵਾਸਤੇ ਜਿਹੜੇ ਹੈਗੇ ਆ ਸਾਰੇ ਸਵਾਸ ਲੱਗ ਜਾਂਦੇ ਸੀ। ਨਾਮ ਵਾਲੀ ਖੇਤੀ ਬੀਜੀ ਨਹੀਂ ਜਾਂਦੀ ਸੀਗੀ। ਹੁਣ ਜਦ ਜਿਹੜਾ ਹੈਗਾ ਮਾਲਕ ਨੇ ਗੁਰੂ ਨੂੰ ਮਿਲਾਇਆ, ਗੁਰੂ ਦਾ ਸਾਵਣ ਜਿਹੜਾ ਹੈਗਾ, ਗੁਰੂ ਦਾ ਮੀਂਹ ਵਰਿਆ ਗਿਆਨ ਦਾ, ਤੇ ਨਾਮ ਦੀ ਖੇਤੀ ਕਰਨ ਲੱਗਾ, ਤੇ ਸਰੀਰ ਦੇ ਬਾਰੇ ਜਾਣਕਾਰੀ ਹੋ ਗਈ। ਭਾਈ ਮੇਰੇ ਅੰਦਰ ਆ ਜਿਹੜਾ ਹੈਗਾ, ਮੈਨੂੰ ਸਵਾਦ ਤੇ ਕਾਬੂ ਕਰਨਾ ਪਊਗਾ, ਮੈਨੂੰ ਮਮਤਾ ਮੋਹ ਤੇ ਕਾਬੂ ਕਰਨਾ ਪਊਗਾ, ਤ੍ਰਿਸ਼ਨਾ ਦੇ ਤੀਰ ਨਹੀਂ ਚਲਾਉਣੇ। ਮਾਹਰ ਹੋ ਗਿਆ ਪਿੰਡ ਦਾ, ਜਾਣਕਾਰ ਹੋ ਗਿਆ। ਮਾਹਰ ਕਹਿੰਦੇ ਬਹੁਤ ਐਕਸਪਰਟ ਹੋਆ ਮਾਹਰ ਪਿੰਡ ਦਾ। ਆ ਸ਼ਰੀਰ ਰੂਪੀ ਪਿੰਡ ਬਨ ਆਂਦੇ 5 ਸ਼ਰੀਕ ਜੀਓ। ਲਓ ਬੰਨ ਲੈ ਵੀ ਤੁਸੀਂ ਹੂ ਆਰ ਯੂ, ਤੁਸੀਂ ਕਿਵੇਂ ਮੇਰੇ ਅੰਦਰ ਖੇਤੀ ਕਰ ਰਹੇ ਹੋ? ਤੁਹਾਡੀ ਕੀ ਅਥਾਰਟੀ ਹੈ ਖੇਤੀ ਕਰਨ ਦੀ? ਹੋਆ ਮਾਹਰ ਪਿੰਡ ਦਾ ਬਨ ਆਂਦੇ 5 ਸ਼ਰੀਕ ਜੀਓ। ਹੂੰ ਆਇਆ ਸਾਹਮਣੇ ਤਿਹੰਡੀਆ। ਮਾਲਕਾ ਤੇਰੀ ਸ਼ਰਨ ਦੇ ਵਿੱਚ ਆ ਗਿਆ ਮੈਂ ਹੁਣ। ਹੂੰ ਆਇਆ ਸਾਹਮਣੇ ਤਿਹੰਡੀਆ। 5 ਕਿਰਸਾਨ ਮੁਜੇਰੇ ਮਿਹੰਡੀਆ। ਲਓ ਦੇਖ ਲਓ, ਪਹਿਲਾਂ ਜਿਹੜੇ ਸੀਗੇ ਇਹ ਸ਼ਰੀਕ ਸੀਗੇ, ਹੁਣ ਇਹ ਜਿਹੜੇ ਆ ਮੁਜੇਰੇ ਬਣ ਗਏ। ਮੁਜੇਰੇ ਕਹਿੰਦੇ ਕਾਮੇ, 5 ਦੇ 5 ਕਾਮੇ ਬਣ ਗਏ, ਕੰਟਰੋਲ ਦੇ ਵਿੱਚ ਆ ਗਏ, ਮੇਰੇ ਅਨੁਸਾਰ ਚੱਲਦੇ ਆ। ਹੁਣ ਇਹ ਮੁਜੇਰੇ ਹੋ ਗਏ ਮੇਰੇ ਉੱਤੇ, ਮੈਂ ਇਹਨਾਂ ਨੂੰ ਵਿਜ ਦਿੰਨਾ ਹੈ, ਮੇਰੇ ਹਿਸਾਬ ਦੇ ਨਾਲ ਚੱਲਦੇ ਆ। ਜਿੱਥੇ ਕਾਮ ਦੀ ਲੋੜ ਆ, ਉੱਥੇ ਜਿਹੜਾ ਹੈਗਾ ਕਾਮ ਆਪਣੇ ਕਹਿਣ ਦੇ ਨਾਲ, ਇੱਛਾ ਦੇ ਨਾਲ, ਮਨ ਦੇ ਵਿੱਚ ਜਿਹੜਾ ਹੈਗਾ ਜ਼ਰੂਰਤ ਦੇ ਅਨੁਸਾਰ, ਕ੍ਰੋਧ ਜਿੱਥੇ ਲੋੜ ਹੈਗੀ ਆ, ਜਿੱਥੇ ਯੁੱਧ ਕਰਨਾ ਹੈ, ਜਿੱਥੇ ਨੈਗੇਟਿਵਿਟੀ ਹੈ, ਜਿੱਥੇ ਕੋਈ ਕਿਸੇ ਨੂੰ ਤਸ਼ੱਦਦ ਹੋ ਰਿਹਾ ਹੈ, ਕਿਸੇ ਤੇ ਕੋਈ ਧੱਕਾ ਹੋ ਰਿਹਾ ਹੈ, ਉਸ ਜਗ੍ਹਾ ਤੇ ਕ੍ਰੋਧ ਕਰਨਾ ਹੈ। 5 ਕਿਰਸਾਨ ਮੁਜੇਰੇ ਮਹੰਡੀਆ। ਹੁਣ ਇਹ ਮੇਰੇ ਜਿਹੜੇ ਹੈਗੇ ਮੁਜੇਰੇ ਬਣ ਗਏ, ਮੇਰੇ ਕਾਮੇ ਬਣ ਗਏ। ਹੁਣ ਕਿੱਥੇ ਤੱਕ ਕਾਮੇ ਬਣ ਗਏ? ਕੰਨ ਕੋਈ ਕੱਢ ਨਾ ਹੰਗਈ, ਨਾਨਕ ਉੱਠਾ ਘੁੱਗ ਗਿਰਾਉ ਜਿਉ। ਕੰਨ ਕਹਿੰਦੇ ਆ, ਕੰਨ ਨਹੀਂ ਹੈ, ਈਅਰ ਨਹੀਂ, ਕੰਨ ਦਾ ਮਤਲਬ ਮੋਢਾ। ਕਹਿੰਦੇ ਮਜਾ ਲਿਆ ਕੋਈ ਮੋਢਾ ਚੁੱਕ ਕੇ, ਸਿਰ ਚੁੱਕ ਕੇ ਦੇ ਮੇਰੇ ਵੱਲ ਦੇਖ ਲੈ। ਕੰਨ ਕੋਈ ਕੱਢ ਨਾ ਹੰਗਈ, ਮਜਾ ਲਿਆ ਕੋਈ ਜਿਹੜਾ ਹੈਗਾ ਕੁਸਕ ਜਾਏ। ਕਹਿੰਦੇ ਨਾਨਕ ਉੱਠਾ ਘੁੱਗ ਗਿਰਾਉ ਜਿਉ। ਇਹ ਗਿਰਾਂ ਜਿਹੜਾ ਸੀਗਾ, ਇਹ ਸਰੀਰ, ਇਹ ਇਨਸਾਨ ਦੀ ਜੂਨ ਕਹਿੰਦੇ ਪਹਿਲਾਂ ਇਹਨਾਂ ਨੇ ਉਜਾੜੀ ਹੋਈ ਸੀ, ਜਿਵੇਂ ਬਾਂਦਰ ਜਿਹੜੇ ਉਜਾੜਦੇ ਹੁੰਦੇ ਆ, ਪੂਰਾ ਉਜਾੜਾ ਪਾਇਆ ਹੋਇਆ ਸੀਗਾ। ਹੁਣ ਕਹਿੰਦੇ ਆ ਇੱਕ ਬਹੁਤ ਜਿਹੜਾ ਹੈਗਾ ਸੰਘਣੀ ਵਸੋਂ ਹੋ ਗਈ ਇਹਦੇ ਵਿੱਚ, ਇਹ ਪ੍ਰਫੁੱਲਿਤ ਹੋ ਗਿਆ। ਹਰ ਸਿਮਰਤ ਤਨ ਮਨ ਹਰਿਆ, ਲਹਿ ਜਾਏ ਵਿਜੋਗ। ਇੱਕਦਮ ਜਿਹੜਾ ਹੈਗਾ ਪੂਰਾ ਦਾ ਪੂਰਾ ਜਿਹੜਾ ਹੈਗਾ, ਇੱਕਦਮ ਜਿਹੜਾ ਹੈਗਾ ਦੇਖ ਲਓ, ਉਜਾੜ ਤੋਂ ਜਿਹੜਾ ਹੈਗਾ ਹਰਾ ਭਰਾ ਹੋ ਗਿਆ ਖੇਤੀ ਜੰਮ ਗਈ। ਕੰਨ ਕੋਈ ਕੱਢ ਨਾ ਹੰਗਈ, ਨਾਨਕ ਵੁੱਠਾ ਘੁੱਗ ਗਿਰਾਉ ਜਿਉ। ਵਾਰੀ ਘੁੰਮਾ ਜਾਮਦਾ, ਇੱਕ ਸ਼ਾਹ ਤੁਧ ਧਿਆਇਂਦਾ। ਇਹਦੇ ਨਾਲ ਸਾਰਾ ਕੁਝ ਹੋ ਗਿਆ। ਕਹਿੰਦੇ ਮੈਂ ਤਾਂ ਵਾਰ ਨਹੀਂ ਚਾਹੁੰਦਾ, ਮੈਂ ਤਾਂ ਤੇਰੇ ਤੋਂ ਸਦਕੇ ਆ, ਮੈਂ ਤਾਂ ਤੇਰੇ ਤੋਂ ਘੁੰਮਾ, ਤੇਰੇ ਉੱਤੋਂ ਮਾਲਕਾ। ਐਸਾ ਚਮਤਕਾਰ ਕਰ ਦਿੱਤਾ। ਕਿੱਥੇ ਮੇਰੀ ਜਿਹੜੀ ਹੈ ਮਨੁੱਖ ਜੂਨ ਜਿਹੜੀ ਹੈ ਜਾ ਨਹੀਂ ਸੀਗੀ, ਕਿੱਥੇ ਮੈਂ ਜੂਨਾਂ ਦੇ ਵਿੱਚ ਭਟਕਣਾ ਸੀਗਾ। ਮੈਂ ਤਾਂ
ਹੁਣ ਤੈਨੂੰ ਹੀ ਧਿਆਉਣਾ ਹੈ ਮਾਲਕਾ, ਤੇਰਾ ਹੀ ਧਿਆਨ ਆ ਮੇਰੇ ਅੰਦਰ, ਤੇਰੀ ਖਿੱਚ ਬਣ ਗਈ ਆ। ਹਵਾਰੀ ਕੁੰਮਾ ਜਾਮਦਾ ਇੱਕ ਸਾਹਾ ਤੁਧ ਧਿਆਇਂਦਾ, ਉਜੜ ਥੇਹੁ ਜਮਾਏ ਵਸਾਇਓ, ਹੁਣ ਤੁਧ ਵਿਠੋਂ ਕੁਰਬਾਨ ਜੀਓ। ਮੇਰਾ ਉਜੜਾ ਹੋਇਆ ਜਿਹੜਾ ਹੈਗਾ, ਥੇਹੁ ਕਹਿੰਦੇ ਆ ਜਗ੍ਹਾ, ਇੱਥੇ ਕਹਿੰਦੇ ਆ ਕੋਈ ਇੱਥੇ ਕੋਈ ਪਿੰਡ ਸੀਗਾ ਭਾਈ, ਹੁਣ ਤਾਂ ਇੱਥੇ ਹੈਗੀ ਆ ਭਾਈ, ਮਾੜੇ ਮੋਟੇ ਨਿਸ਼ਾਨ ਹੈਗੇ। ਉਜਾੜੇ ਹੋਏ ਪਿੰਡ ਨੂੰ ਵਸਾ ਦਿੱਤਾ ਮਾਲਕਾ, ਵਸਾ ਦਿੱਤਾ। ਹੁਣ ਤੁਧ ਵਿਠੋਂ ਕੁਰਬਾਨ ਜੀਓ, ਮੈਂ ਤੇਰੇ ਤੋਂ ਕੁਰਬਾਨ ਜਾਣਾ ਹੈ। ਹਰਿਠੈ ਨਿਤ ਧਿਆਇਂਦਾ, ਹਰਿਠੈ ਨਿਤ ਧਿਆਇਂਦਾ। ਹੁਣ ਮੈਂ ਆਪਣੇ ਇਸ਼ਟ ਨੂੰ ਨਿਤ, ਆਇਆ ਮੇਰਾ ਨਿਤਨੇਮ, ਨਿਤ ਧਿਆਨ ਸਿਮਰਨ ਕਰਦਾ ਹਾਂ। ਹੁਣ ਕੌਣ ਕਹਿ ਰਿਹਾ ਆ? ਪੰਜਵੀਂ ਪਾਤਸ਼ਾਹੀ ਕਹਿ ਰਹੀ ਹੈ ਭਾਈ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਹੈ। ਹਰਿਠੈ ਨਿਤ ਧਿਆਇਂਦਾ, ਮਨ ਚਿੰਦੀ ਸੋ ਫਲ ਪਾਇਂਦਾ। ਜਿਹੜੀ ਵੀ ਮੇਰੇ ਮਨ ਦੇ ਵਿੱਚ ਮਾਲਕ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੈ, ਉਹ ਫਲ ਪਾ ਲੈਣਾ ਹੈ। ਸਭੇ ਕਾਜ ਸਵਾਰਿਅਨ ਲਾਹੀਨ ਮਨ ਕੀ ਭੁੱਖ ਜੀਓ। ਮੇਰੇ ਸਾਰੇ ਕੰਮ ਸਵਾਰ ਦਿੱਤੇ ਮਾਲਕਾ, ਸਾਰੇ ਕੰਮ ਸਵਾਰ ਦਿੱਤੇ। ਮੇਰੇ ਮਨ ਦੀ ਭੁੱਖ ਲਾ ਦਿੱਤੀ, ਜਨਮਾਂ ਜਨਮਾਂ ਦੀ ਭੁੱਖ। ਮੈਂ ਛੱਡਿਆ ਸਭੋ ਧੰਦੜਾ, ਮੈਂ ਸਾਰੇ ਧੰਦਿਆਂ ਦੇ ਉੱਪਰ ਟੌਪ ਦੇ ਵਿੱਚ ਧਿਆਨ ਸਿਮਰਨ ਨੂੰ ਲਾ ਦਿੱਤਾ, ਪ੍ਰੇਮਾ ਭਗਤੀ ਨੂੰ ਸਭ ਤੋਂ ਉੱਪਰ ਰੱਖ ਦਿੱਤਾ। ਬਾਕੀ ਜਿਹੜਾ ਹੈਗਾ ਮੇਰਾ ਕੰਮ, ਕੋਈ ਅਣਹੋਣੀ ਹੋ ਜਾਏ ਤੇ ਕੋਈ ਜਿਹੜਾ ਹੈਗਾ ਮੈਨੂੰ ਟਾਈਮ ਜਿਹੜਾ ਹੈਗਾ ਮੇਰਾ ਘਟ ਜਾਏ, ਮੇਰਾ ਆਹ ਕੰਮ ਸਭ ਤੋਂ ਟੌਪ ਆ, ਇਹਨੂੰ ਨਹੀਂ ਛੱਡਣਾ, ਬਾਕੀ ਡ੍ਰੌਪ ਕਰ ਦੂੰਗਾ, ਬਾਕੀ ਡ੍ਰੌਪ ਕਰ ਦੂੰਗਾ, ਆਹ ਨਹੀਂ ਡ੍ਰੌਪ ਕਰੂੰਗਾ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ। ਦੇਖ ਲਓ ਭਾਈ, ਪ੍ਰਾਇਰਟੀ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ। ਉਹ ਸੱਚਾ ਗੁਸਾਈ, ਉਹਦਾ ਧਿਆਨ ਸਿਮਰਨ ਕਰਾਂ, ਇਹਨੂੰ ਨਹੀਂ ਛੱਡਾਂ। ਨੌ ਨਿਧ ਨਾਮ ਨਿਧਾਨ ਹਰ, ਮੈਂ ਪੱਲੇ ਬੱਧਾ ਛਿਕ ਜਿਉ। ਕਹਿੰਦੇ ਸਾਰੇ ਖਜ਼ਾਨਿਆਂ ਤੋਂ ਉੱਚਾ ਖਜ਼ਾਨਾ, ਨੌ ਨਿਧ, ਸਾਰਾ ਕੁਛ ਇਹਦੇ ਵਿੱਚ ਆ ਗਿਆ। ਨਿਧਾਨ, ਨਿਧਾਨ ਕਹਿੰਦੇ ਆ ਨਿਧੀ, ਖਜ਼ਾਨਾ। ਹਰ, ਪਰਮੇਸ਼ਰ ਦਾ ਨਾਮ, ਨਾਮ ਹਰ। ਮੈਂ ਪੱਲੇ ਬੱਧਾ ਛਿਕ ਜਿਉ, ਮੈਂ ਕੁੱਟ ਕੇ ਪੱਲੇ ਬੰਨ ਲਿਆ ਭਾਈ, ਆਹ ਕੰਮ ਕਰਨਾ ਹੀ ਕਰਨਾ ਹੈ ਬਸ। ਬਾਕੀ ਸਾਰਾ ਕੁਛ ਜਿਹੜਾ ਹੈਗਾ, ਕੁਛ ਵੀ ਨਾ ਹੋਏ ਕੰਮ, ਬਸ ਆਹ ਕੰਮ ਹੋਣਾ ਚਾਹੀਦਾ ਹੈ ਮੇਰੇ ਰੂਟੀਨ ਦੇ ਵਿੱਚ। ਆਹ ਨਹੀਂ ਭੁੱਲਣਾ, ਚਾਹੇ ਸੁੱਖ ਆ ਜਾਏ, ਚਾਹੇ ਦੁੱਖ ਆ ਜਾਏ, ਚਾਹੇ ਜਿਸ ਤਰ੍ਹਾਂ ਵੀ ਹੈਗਾ, ਭਾਵੇਂ ਗਰਮੀ ਬਰਸਾਤ ਜੋ ਵੀ ਹੈਗਾ, ਬਸ ਆਹ ਕੰਮ ਨਹੀਂ ਭੁੱਲਣਾ। ਮੈਂ ਸੁਖੀ ਹੂੰ ਸੁਖ ਪਾਇਆ, ਬਸ ਕਹਿੰਦੇ ਆ ਸੁਖੀ ਹੂੰ ਸੁਖ ਪਾਇਆ। ਮੈਂ ਸੁੱਖਾਂ ਦਾ ਸਾਰ ਪਾ ਲਿਆ। ਗੁਰਿਅੰਤਰ ਸ਼ਬਦ ਵਸਾਇਆ, ਗੁਰੂ ਨੇ ਮੇਰੇ ਹਿਰਦੇ ਦੇ ਵਿੱਚ ਸ਼ਬਦ ਵਸਾ ਦਿੱਤਾ। ਉਹ ਸ਼ਬਦ ਮੇਰੇ ਅੰਦਰ ਪ੍ਰਗਟ ਹੋ ਗਿਆ, ਉਹ ਮੇਰੇ ਅੰਦਰ ਗੱਜਣ ਲੱਗ ਪਿਆ, ਵੱਜਣ ਲੱਗ ਪਿਆ। ਮੈਂ ਸੁਖੀ ਹੂੰ ਸੁਖ ਪਾਇਆ, ਗੁਰੂ ਅੰਤਰ, ਮੇਰੇ ਹਿਰਦੇ 'ਚ ਪਤਾ ਹੀ ਨਹੀਂ ਲੱਗਦਾ ਕੋਈ ਸ਼ਬਦ ਦਾ ਕਿੱਧਰੋਂ ਵੱਜ ਰਿਹਾ ਹੈ। ਜੇ ਕਹੀਏ ਵੀ ਕੰਨਾਂ 'ਚੋਂ ਆਵਾਜ਼ ਆ ਰਹੀ, ਨਾ ਜੀ ਨਾ, ਕੰਨਾਂ ਤੋਂ ਕਿੱਥੇ ਆਵਾਜ਼ ਆ ਰਹੀ ਹੈ, ਪਤਾ ਹੀ ਨਹੀਂ ਲੱਗਦਾ ਉਹਦਾ ਤਾਂ ਕਿੱਥੋਂ ਆ ਰਹੀ ਆਵਾਜ਼। ਮੈਂ ਸੁਖੀ ਹੂੰ ਸੁਖ ਪਾਇਆ, ਗੁਰੂ ਅੰਤਰ ਸ਼ਬਦ ਵਸਾਇਆ। ਸਤਿਗੁਰੇ ਪੁਰਖ ਵਿਖਾਲਿਆ, ਮਸਤਕ ਧਰ ਕੇ ਹੱਥ ਜਿਉ। ਸਤਿਗੁਰੂ ਨੇ, ਉਹ ਪੁਰਖ, ਉਹ ਮਾਲਕ ਪਰਮਾਤਮਾ, ਉਹਦਾ ਦਰਸ਼ਨ ਕਰਵਾ ਦਿੱਤਾ। ਮੇਰੇ ਮੱਥੇ ਤੇ ਹੱਥ ਰੱਖ ਕੇ, ਮੇਰੇ ਮੱਥੇ ਤੇ ਜਿਹੜਾ ਹੈਗਾ ਗੁਰਮਤ ਦੇ ਕੇ, ਆਪਣੀ ਮੱਤ ਦੇ ਕੇ। ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲਹਿੰਦਾ ਭਾਲਕ ਹੈ। ਕਹਿੰਦੇ ਸੱਚ ਦੀ ਧਰਮਸ਼ਾਲਾ, ਧਰਮਸਾਲ ਜਿਸ ਤਰ੍ਹਾਂ ਪਾਠਸ਼ਾਲ ਹੁੰਦੀ ਹੈ, ਇਸ ਤਰ੍ਹਾਂ ਧਰਮਸਾਲ ਹੁੰਦੀ ਹੈ, ਜਿਸ ਤਰ੍ਹਾਂ ਹਸਪਤਾਲ ਹੁੰਦਾ ਹੈ, ਇਸੇ ਤਰੀਕੇ ਦੇ ਨਾਲ ਇਹ ਸੱਚ ਦੀ ਧਰਮਸ਼ਾਲਾ ਹੈਗੀ ਹੈ। ਇੱਥੇ ਪਰਮੇਸ਼ਰ ਦੇ ਨਾਮ ਦੀ, ਸੱਚ ਦਾ ਧਿਆਨ ਧਰਿਆ ਜਾਂਦਾ ਹੈ। ਮੈਂ ਬੱਧੀ ਸੱਚ ਧਰਮਸਾਲ ਹੈ, ਸੱਚ ਦੀ ਧਰਮਸ਼ਾਲਾ ਬਣ ਲਈ।
ਇਹਦੇ ਵਿੱਚ ਫਿਰ ਗੁਰਸਿੱਖਾਂ ਲੈਣ ਦਾ ਭਾਲਕ ਹੈ। ਲੱਭ ਕੇ ਮੈਂ ਇਹ ਧਰਮਸ਼ਾਲਾ ਦੇ ਵਿੱਚ ਜਿਹੜੇ ਹੈਗੇ, ਜਿਹੜੇ ਧਿਆਨ ਸਿਮਰਨ ਕਰਨ ਵਾਲੇ ਹੈ, ਜਿਹੜੇ ਗੁਰੂ ਦੀ ਸਿੱਖਿਆ ਤੇ ਚੱਲਣ ਵਾਲੇ ਹੈਗੇ, ਮੈਂ ਭਾਲ ਕੇ ਲੈਣਾ ਉਹਨਾਂ ਨੂੰ, ਭਾਲਦਾ ਉਹਨਾਂ ਨੂੰ। ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਵ ਨਿਵ ਲੱਗਾ ਪਾਏ ਜਿਉ। ਮੈਂ ਉਹਨਾਂ ਦੇ ਪੈਰ ਧੋਣਾ ਹੈ, ਪੱਖਾ ਫੇਰਦਾ ਹੈ, ਉਹਨਾਂ ਦੀ ਸੇਵਾ ਕਰਦਾ ਹੈ, ਨਿਵ ਨਿਵ ਕੇ ਪਾਏ ਲੱਗਦਾ ਹੈ। ਉਹਨਾਂ ਦੀ ਸੰਗਤ ਚਾਹੀਦੀ ਹੈ ਮੈਨੂੰ। ਸੁਣੇ ਗੱਲਾਂ ਗੁਰ ਪੈ ਆਇਆ। ਆ ਦੇਖ ਲਓ, ਇਸ ਤਰੀਕੇ ਦੇ ਨਾਲ ਧਿਆਨ ਸਿਮਰਨ ਕਰਨ ਲੱਗ ਗਿਆ ਇਨਸਾਨ। ਆ ਜਿਹੜਾ ਹੈਗਾ, ਇੱਥੇ ਜਿਹੜਾ ਹੈਗਾ, ਪਹਿਲਾਂ ਜਿਹੜਾ ਹੈਗਾ ਗੁਰੂ ਦੀ ਮੱਤ ਜਿਹੜੀ ਹੈਗੀ, ਇਹਨੂੰ ਨਹੀਂ ਕਮਾਇਆ ਜਾਣਾ ਆਪਾਂ ਨੂੰ। ਇਹ ਗੁਰੂ ਦੀਆਂ ਗੱਲਾਂ ਜਿਹੜੀਆਂ ਹੈਗੀਆਂ, ਗੁਰੂ ਦੇ ਬੋਲ ਜਿਹੜੇ ਹੈਗੇ, ਗੁਰਮਤ ਜਿਹੜੀ ਹੈਗੀ ਆ, ਇਹ ਹੌਲੀ ਹੌਲੀ ਆ ਸਟੇਜ ਆ ਜਾਣੀ ਹੈ। ਸੁਣ ਗੱਲਾਂ ਗੁਰ ਪੈ ਆਇਆ। ਹੁਣ ਗੁਰੂ ਦੇ ਕੋਲ ਆਏ ਆ, ਆ ਗੱਲਾਂ ਸੁਣ ਕੇ ਗੁਰੂ ਦੇ ਕੋਲ ਆ ਗਏ। ਗੁਰੂ ਨੇ ਕੀ ਕੀਤਾ? ਨਾਮ ਦਾਨ ਇਸ਼ਨਾਨ ਦੜਾਇਆ। ਆ ਜਿਹੜਾ ਗੁਰੂ ਨੇ ਦੜਾ ਦਿੱਤਾ, ਮੇਰੇ ਅੰਦਰ ਪੱਕਾ ਕਰਾ ਦਿੱਤਾ। ਨਾਮ ਅਭਿਆਸ, ਇਹ ਨਾਮ ਦੀ ਖੇਤੀ ਕਰਨੀ ਹੈ, ਇਹਦਾ ਹੀ ਦਾਨ ਕਰਨਾ ਆ, ਔਰ ਇਹਦੇ ਵਿੱਚ ਹੀ ਇਸ਼ਨਾਨ ਕਰਨਾ ਆ। ਇਹਦੇ ਨਾਲ ਹੀ ਜਿਹੜਾ ਹੈਗਾ, ਇਹ ਮੈਲ ਜਿਹੜੀ ਹੈ ਲੈਣੀ ਹੈਗੀ ਆ ਭਾਈ। ਇਹਦੇ ਨਾਲ ਹੀ ਗੁਣ ਇਕੱਠੇ ਹੋਣੇ ਆ, ਇਹਦੇ ਨਾਲ ਹੀ ਖੇਤੀ ਹੋਣੀ ਹੈ। ਜਿਉਂ-ਜਿਉਂ ਕਰੀ ਜਾਵਾਂਗੇ ਤਿਉਂ-ਤਿਉਂ ਜਿਹੜਾ ਚਮਤਕਾਰ ਹੋਈ ਜਾਊਗਾ। ਸੁਣ ਗੱਲਾਂ ਗੁਰ ਪੈ ਆਇਆ, ਨਾਮ ਦਾਨ ਇਸ਼ਨਾਨ ਦੜਾਇਆ। ਸਭ ਮੁਕਤ ਹੋਆ ਸਹਿਸਾਰਾ, ਨਾਨਕ ਸੱਚੀ ਬੇੜੀ ਚਾੜ ਜਿਉ। ਆਇਆ ਸੱਚ ਦੀ ਬੇੜੀ ਪਾਈ, ਆਇਆ ਨਾਮ ਦਾ ਜਹਾਜ਼, ਆਇਆ ਗੁਰੂ ਦਾ ਜਹਾਜ਼। ਹੁਣ ਸਭ ਮੁਕਤ ਹੋਆ ਸਹਿਸਾਰਾ, ਸਾਰਾ ਸੰਸਾਰ ਮੁਕਤ ਹੋ ਗਿਆ। ਨਹੀਂ ਭਾਈ, ਭੇਤ ਕੀ ਹੈਗਾ? ਕਹਿੰਦੇ ਮੇਰਾ ਜਿਹੜਾ ਹੈਗਾ, ਮੈਂ ਜਿਹੜਾ ਸਾਰੇ ਸੰਸਾਰ ਦੇ ਨਾਲ, ਲੋਕਾਂ ਦੇ ਨਾਲ ਜਿਹੜੇ ਹੈਗੇ, ਮੇਰੇ ਜਿਹੜੇ ਹੈਗੇ ਆ, ਮੇਰੇ ਅੰਦਰ ਜਿਹੜਾ ਹੈਗਾ ਬੈਰ ਵਿਰੋਧ ਸੀਗਾ, ਉਹ ਜਿਹੜਾ ਹੈਗਾ ਦੂਜਾ ਭਾਵ ਸੀਗਾ, ਕਹਿੰਦੇ ਹੁਣ ਮੈਂ ਸਾਰਿਆਂ ਨੂੰ ਮਾਫ ਕਰ ਦਿੱਤਾ। ਮੈਂ ਸੰਸਾਰ ਤੋਂ ਮੁਕਤ ਹੋ ਗਿਆ, ਸੰਸਾਰ ਮੇਰੇ ਤੋਂ ਮੁਕਤ ਹੋ ਗਿਆ। ਸਭ ਮੁਕਤ ਹੋਆ ਸਹਿਸਾਰਾ, ਨਾਨਕ ਸੱਚੀ ਬੇੜੀ ਚਾੜ ਜਿਉ। ਉੱਥੋਂ ਪ੍ਰੈਕਟਿਸ ਸ਼ੁਰੂ ਕਰਨੀ ਹੈ, ਇੱਥੇ ਮਾਲਕ ਨੇ ਸਫਲਤਾ ਬਖਸ਼ ਦੇਣੀ। ਆਪਾਂ ਨੇ ਪ੍ਰੈਕਟਿਸ, ਆਪਾਂ ਨੇ ਹਰ ਟਾਈਮ ਯਾਦ ਰੱਖਣਾ ਹੈ ਵੀ ਮੈਂ ਕਿਸੇ ਦੇ ਨਾਲ ਜਿਹੜਾ ਹੈਗਾ, ਕਿਸੇ ਨੂੰ ਜਿਹੜਾ ਹੈਗਾ, ਕਿਸੇ ਦੇ ਔਗੁਣ ਨਹੀਂ ਚਿਤਾਰਨੇ। ਸਭ ਮੁਕਤ ਹੋਆ ਸਹਿਸਾਰਾ, ਨਾਨਕ ਸੱਚੀ ਬੇੜੀ ਝਾੜ ਜਿਉ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ। ਜਿੰਨੇ ਵੀ ਭਗਤੀ ਕਰਨ ਵਾਲੇ ਹੈਗੇ ਆ, ਜਿਹੜੇ ਵੀ ਇਸ ਗੁਰੂ ਦੇ ਅਨੁਸਾਰ ਚੱਲਦੇ ਆ, ਆਹੀ ਸੇਵਾ ਹੈ ਭਾਈ। ਇਹੀ ਸੇਵਾ ਆ, ਆਹੀ ਜਿਹੜੀ ਹੈਗੀ ਆ, ਇਹੀ ਸੇਵਾ ਜਿਹੜੇ ਕਰਦੇ ਆ ਔਰ ਜਿਹੜੇ ਲੱਗ ਜਾਂਦੇ ਆ, ਉਹ ਮੈਜੋਰਟੀ ਜਿਹੜੀ ਹੈਗੀ ਉਹਨਾਂ ਦਾ ਆਹੀ ਮੈਕਸੀਮਮ ਜਿਹੜਾ ਹੈਗਾ, ਦਿਨ ਰਾਤ ਉਹਨਾਂ ਦਾ ਮੇਨ ਟੌਪ ਪ੍ਰਾਇਰਟੀ ਇਹਦੀ ਹੁੰਦੀ ਹੈ। ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜਿਉ, ਦੇ ਕੰਨ ਸੁਣੋ ਅਰਦਾਸ ਜਿਉ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ ਨੇੜੇ ਹੋ ਕੇ ਉਹਨਾਂ ਦੀ ਬੇਨਤੀ ਸੁਣਦਾ ਹੈ। ਠੋਕ ਵਜਾਏ ਸਭ ਡਿਠੀਆ, ਤੁਸੀਂ ਆਪੇ ਲਈਨ ਛੜਾਏ ਜਿਉ। ਕਹਿੰਦੇ ਠੋਕ ਵਜਾ ਕੇ ਸਾਰੀ ਦੁਨੀਆ ਦੇ ਕਰਮ ਜਿਹੜੇ ਹੈਗੇ, ਕਰਮ ਕਾਂਡ ਸਾਰੇ ਦੇਖ ਲਏ ਆ। ਠੋਕ ਵਜਾਏ ਸਭ ਡਿਠੀਆ, ਤੁਸੀਂ ਆਪੇ ਲਈਨ ਚੜਾਏ ਜਿਉ। ਇਸ ਤਰ੍ਹਾਂ ਮਾਲਕ ਪਰਮਾਤਮਾ ਤੁਸ ਮਤਲਬ ਖੁਸ਼ ਹੋ ਕੇ ਆਪ ਜਿਹੜਾ ਹੈ ਮਿਹਰ ਕਰਕੇ ਚੜਾਉਂਦਾ ਹੈ। ਆਹੀ ਰਸਤਾ ਹੈਗਾ ਛੁੱਟਣ ਦਾ। ਹੁਣ ਹੁਕਮ ਹੋਆ ਮਿਹਰਬਾਨ ਦਾ। ਹੁਣ ਧਿਆਨ ਸਿਮਰਨ ਕਰਦੇ ਕਰਦੇ ਦੇਖ ਲਓ, ਇਹ ਜਿਹੜੀ ਹੈਗੀ, ਦੇਖੋ ਪਹਿਲਾਂ ਆਪਾਂ 90% 99% ਨੈਗੇਟਿਵ ਸੀਗੇ, ਆਪਣੇ ਅੰਦਰ ਔਗੁਣ ਸੀਗੇ। ਗੁਰੂ ਦੀ ਮੱਤ ਮਿਲ ਗਈ, ਜਿਹਨੇ ਸ਼ਿਫਟ ਹੋਣ ਦਾ ਜਿਹਦੇ ਅੰਦਰ ਜਿਹੜਾ ਹੈਗਾ, ਜਿਹਦੇ ਅੰਦਰ ਸ਼ਿਫਟ ਹੋਣ ਦੀ ਇੱਛਾ ਜਾਗ ਪਈ, ਜਿਹਨੇ ਆ ਧਿਆਨ ਸਿਮਰਨਾ ਖੇਤੀ ਸ਼ੁਰੂ ਕਰ ਦਿੱਤੀ, ਗੁਰੂ ਦੀ ਮੱਤ ਲੈਣੀ, ਗੁਰੂ ਦੇ ਗਿਆਨ ਦਾ ਜਿਹੜੀ ਹੈਗੀ, ਜਿਹਦੇ ਅੰਦਰ ਵਰਖਾ ਹੋਣ ਲੱਗ ਪਈ। ਹੌਲੀ ਹੌਲੀ ਜਿਹੜਾ ਹੈਗਾ 90% ਆ ਜਾਏਗਾ, ਔਗੁਣ 90, 10 ਗੁਣ, ਹੌਲੀ ਹੌਲੀ 80 ਆ ਜਾਣਗੇ,
70 ਆ ਜਾਣਗੇ, 50-50 ਹੋ ਜਾਏਗਾ। ਫਿਰ ਜਿਹੜੇ ਹੈਗੇ ਗੁਣ ਵੱਧ ਜਾਣਗੇ, ਔਗੁਣ ਘਟ ਜਾਣਗੇ। ਆਖਰੀ ਤੇ ਆ ਇਸ ਤਰ੍ਹਾਂ ਹੋ ਜਾਏਗਾ ਭਾਈ। ਹੁਣ ਹੁਕਮ ਹੋਆ ਮਿਹਰਬਾਨ ਦਾ, ਮਾਲਕ ਦਾ ਹੁਕਮ ਆ ਹੋ ਗਿਆ ਭਾਈ। ਜਿਹਨੇ ਇਹ ਕਾਮ ਕ੍ਰੋਧ ਨੂੰ ਮੋਹੰਕਾਰ ਬਣਾਏ ਸੀਗੇ, ਜਿਹਨੇ ਇਹ ਔਗੁਣ ਤੇ ਗੁਣ ਬਣਾਏ ਆ, ਕਹਿੰਦੇ ਉਹਦਾ ਹੁਕਮ ਹੋ ਗਿਆ ਭਾਈ। ਹੁਣ ਹੁਕਮ ਹੋਆ ਮਿਹਰਬਾਨ ਦਾ, ਉਹ ਮਿਹਰਬਾਨ ਹੋ ਗਿਆ ਮੇਰੇ ਉੱਤੇ, ਉਹਨੇ ਹੁਕਮ ਕਰ ਦਿੱਤਾ। ਭਾਈ ਕੋਈ ਨਾ ਕਿਸੇ ਰਜਾਣ ਦਾ, ਕਹਿੰਦੇ ਕਾਮ ਕ੍ਰੋਧ ਤੋਂ ਮੋਹੰਕਾਰ ਤੋਂ ਇਹ ਕੋਈ ਵੀ ਮੈਨੂੰ ਜਿਹੜਾ ਹੈਗਾ ਤੰਗ ਨਹੀਂ ਕਰਦਾ। ਹੁਣ ਮੈਨੂੰ ਦੁਖੀ ਨਹੀਂ ਕਰਦਾ, ਰਜਾਣ ਨਹੀਂ ਕਰਦਾ, ਮੈਨੂੰ ਦੁਖੀ ਨਹੀਂ ਕਰਦਾ ਮੈਨੂੰ। ਹੁਣ ਹੁਕਮ ਹੋਆ ਮਿਹਰਬਾਨ ਦਾ, ਭਾਈ ਕੋਈ ਨਾ ਕਿਸੇ ਰਜਾਣ ਦਾ। ਸਭ ਸੁਖਾਲੀ ਉਠੀਆ, ਇਹ ਹੋਆ ਹਲੀਮੀ ਰਾਜ ਜਿਓ। ਐਸਾ ਸੁਭਾਅ ਬਣ ਗਿਆ ਮਾਲਕਾ, ਐਸਾ ਸੁਭਾਅ ਬਣ ਗਿਆ ਸਾਰਾ ਖੁਸ਼ਹਾਲ, ਸਾਰੀ ਖੁਸ਼ਹਾਲੀ ਆ ਅੰਦਰ ਪੂਰੀ, ਪੂਰਾ ਹਲੇਮੀ ਕਹਿੰਦੇ ਆ, ਨਿਮਰਤਾ, ਗਰੀਬੀ ਇਹ ਘਰ ਘਰ ਗਈ ਮਾਲਕਾ। ਹਲੇਮੀ ਰਾਜ ਹੋ ਗਿਆ, ਕੋਈ ਕਿਸੇ ਤੇ ਤਸ਼ੱਦਦ ਨਹੀਂ ਕਰਦਾ, ਕਿਸੇ ਦੀ ਨੈਗੇਟਿਵਿਟੀ ਨਹੀਂ ਹੈਗੀ ਅੰਦਰ। ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਜਾਣ ਦਾ। ਸਭ ਸੁਖਾਲੀ ਉਠੀਆ, ਇਹ ਹੋਆ ਹਲੇਮੀ ਰਾਜ ਜਿਓ। ਅਸ਼ਟਪਦੀ ਹੈਗੀ, ਪਤਾ ਨਹੀਂ ਕਿੰਨੇ ਕੁ ਪਦੇ ਹੈਗੇ, ਦੇਖ ਲਓ। 13ਵਾਂ ਚੱਲ ਰਿਹਾ ਹੈ। ਛਿਮ ਛਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ। ਕਹਿੰਦੇ ਇਸ ਤਰ੍ਹਾਂ ਜਿਹੜਾ ਹੈਗਾ ਅੰਮ੍ਰਿਤ ਵਰਨ ਲੱਗ ਪਿਆ, ਛਿਮ ਛਿਮ ਅੰਮ੍ਰਿਤ ਵਰਨ ਲੱਗ ਪਿਆ। ਕਮਾਲ ਹੋ ਗਈ, ਕਮਾਲ ਹੋ ਗਈ। ਬੋਲਾਇਆ ਬੋਲੀ ਖਸਮ ਦਾ, ਕਹਿੰਦੇ ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਉਹਦਾ ਬੋਲ ਜਿਹੜਾ ਹੈਗਾ, ਇਹ ਮਾਲਕ ਦੀ ਮਿਹਰ ਹੋ ਗਈ। ਉਹਨੇ ਜਿਹੜਾ ਬੋਲ ਗੁਰੂ ਦੇ ਦੁਆਰਾ ਮੈਨੂੰ ਗਿਆਨ ਦਿੱਤਾ, ਉਹ ਬੋਲ ਬੋਲਣ ਦੇ ਨਾਲ, ਉਹ ਬੋਲ ਬੋਲਣ, ਖਸਮ ਦਾ ਬੋਲ ਬੋਲਣ ਦੇ ਨਾਲ, ਉਹ ਨਾਮ ਧਿਆਨ ਸਿਮਰਨ ਕਰਨ ਦੇ ਨਾਲ, ਉਹ ਸ਼ਬਦ ਦੇ ਨਾਲ, ਅਨਹਦ ਸ਼ਬਦ ਦੇ ਨਾਲ ਅੰਮ੍ਰਿਤ ਵਰਨ ਲੱਗ ਪਿਆ ਅੰਦਰ। ਛਿਮ ਛਿਮ ਝੜੀ ਲੱਗ ਪਈ, ਛਿਮ ਛਿਮ ਅੰਮ੍ਰਿਤ ਵਰਸਦਾ, ਬੋਲਾਇਆ ਬੋਲੀ ਖਸਮ ਦਾ। ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਏ ਜਿਓ। ਤੇਰੇ ਉੱਤੇ ਮਾਣਿਆ ਮਾਲਕਾ, ਤੂੰ ਮਿਹਰ ਕੀਤੀ ਹੈ, ਤੂੰ ਥਾਂ ਪਾ ਰਿਹਾ ਹੈ, ਤੂੰ ਜਿਹੜਾ ਮੇਰਾ ਬੋਲ ਬਖਸ਼ ਜਮਾ ਰਿਹਾ ਹੈ। ਵਾਹ ਬਈ ਵਾਹ, ਤੇਰੀਆਂ ਭਗਤਾਂ ਭੁੱਖ ਸਦ ਤੇਰੀਆ। ਆਇਆ ਭਾਈ, ਜਿੰਨੇ ਵੀ ਭਗਤ ਹੈਗੇ ਉਹਨਾਂ ਨੂੰ ਤੇਰੀ ਭੁੱਖ ਹੁੰਦੀ ਹੈ, ਤੇਰੇ ਨਾਮ ਦੀ ਭੁੱਖ ਹੁੰਦੀ ਹੈ। ਤੇਰੀਆਂ ਭਗਤਾਂ ਭੁੱਖ ਸਦ ਤੇਰੀਆ, ਹਮੇਸ਼ਾ ਹੀ ਤੇਰੇ ਨਾਮ ਦੀ ਭੁੱਖ ਹੁੰਦੀ ਹੈ। ਹਰ ਲੋਚਾਂ ਪੂਰਨ ਮੇਰੀਆਂ, ਮਾਲਕਾ ਮੇਰੀ ਵੀ ਲੋਚ ਪੂਰੀ ਕਰ। ਮਾਲਕ ਮੇਰੀ ਵੀ ਲੋਚ ਪੂਰੀ ਕਰਦਾ ਇਸ ਤਰੀਕੇ ਦੇ ਨਾਲ। ਕੀ ਹੁਣ ਰਹਿ ਗਿਆ, ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹੋ ਮਿਲਾਏ ਜਿਓ। ਤੇਰੇ ਦਰਸ਼ਨ ਹੈ ਮਾਲਕਾ, ਦਰਸ਼ਨ ਦੇ ਦੇ ਹੁਣ, ਸੁੱਖਾਂ ਦੇ ਦਾਤੇ, ਸੁੱਖ ਦੇ ਦਿੱਤੇ, ਹੁਣ ਦਰਸ਼ਨ ਦੇ ਮਾਲਕਾ। ਮੈਨੂੰ ਗਲ ਦੇ ਵਿੱਚ ਲੈ ਲਾ ਹੁਣ, ਇੱਕ ਮਿੱਕ ਕਰ ਲਾ ਹੁਣ। ਤੇਰੀਆਂ ਭਗਤਾਂ ਭੁੱਖ ਸਦ ਤੇਰੀਆ, ਹਰ ਲੋਚਾਂ ਪੂਰਨ ਮੇਰੀਆ। ਦੇਹੋ ਦਰਸ ਸੁਖ ਦਾਤਿਆ, ਮੈਂ ਗਲ ਵਿੱਚ ਲਹੋ ਮਿਲਾਏ ਜਿਓ। ਤੁਧ ਜੇਵੜ ਅਵਰ ਨਾ ਪਾਲਿਆ, ਤੂੰ ਦੀਪ ਲੋ ਪਿਆਲਿਆ। ਤੇਰੇ ਬਰੋਬਰ ਦਾ ਕੋਈ ਨਹੀਂ ਹੈਗਾ ਮਾਲਕਾ, ਤੇਰੇ ਬਰੋਬਰ ਦਾ ਕੋਈ ਨਹੀਂ ਹੈਗਾ। ਤੂੰ ਹਰ ਸ੍ਰਿਸ਼ਟੀ ਦੇ, ਧਰਤੀ ਦੇ ਜਰਰੇ ਜਰਰੇ ਦੀਪ ਦੇ ਵਿੱਚ, ਜਿੱਥੇ ਵੀ ਲੋਕ ਵਸਦੇ ਆ, ਧਰਤ ਪਤਾਲ ਆਕਾਸ਼, ਹਰ ਜਗ੍ਹਾ ਤੇ ਹੈਗਾ ਆ ਤੂੰ ਥਾਨ ਅਨੰਤਰ ਰਵ ਰਿਹਾ, ਤੂੰ ਹਰ ਜਗ੍ਹਾ ਤੇ, ਇੱਕ ਜਗ੍ਹਾ ਦੂਸਰੀ ਜਗ੍ਹਾ ਉਹਦੇ ਵਿਚਾਲੇ ਅੰਤਰ ਉੱਥੇ ਵੀ ਹੈਗਾ। ਕੋਈ ਤੇਰੇ ਤੋਂ ਬਗੈਰ ਖਾਲੀ ਨਹੀਂ ਹੈ, ਪੂਰਾ ਰਵਿਆ ਹੋਇਆ। ਤੂੰ ਥਾਨ ਅਨੰਤਰ ਰਵ ਰਿਹਾ, ਨਾਨਕ ਭਗਤਾਂ ਸੱਚ ਆਧਾਰ ਜਿਓ। ਭਗਤਾਂ ਨੂੰ ਆਹੀ ਸੱਚ ਦਾ ਆਸਰਾ ਹੈਗਾ, ਇਹ ਤੇਰੇ ਨਾਮ ਦਾ ਆਸਰਾ ਹੈ ਭਗਤਾਂ ਨੂੰ। ਹਉ ਗੁਸਾਈ ਦਾ ਪਹਿਲਵਾਨੜਾ, ਬਛੜਾ। ਪਹਿਲਵਾਨ ਦਾ ਮਤਲਬ ਜਿਹੜਾ ਹੈਗਾ ਛੋਟਾ ਜਿਹਾ, ਕਹਿੰਦੇ ਮੈਂ ਤੇਰਾ ਨਿੱਕਾ ਜਿਹਾ ਪਹਿਲਵਾਨ ਹੈਗਾ ਹੈ ਮਾਲਕਾ, ਤੇਰਾ ਹੈਗਾ ਹੈ ਪਾਰ, ਤੇਰੇ ਵੱਲੋਂ ਜਿਹੜਾ ਹੈਗਾ ਮੈਨੂੰ ਗੁਰੂ ਨੇ ਸਰੋਪਾ ਦਿੱਤਾ ਹੈ। ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦੁਮਾਲੜਾ। ਹਾਂ, ਮੇਰੇ ਸਿਰ ਤੇ ਸਰੋਪਾ ਬੰਨਿਆ ਮਾਲਕਾ, ਮੈਂ ਗੁਰੂ ਨੂੰ ਮਿਲ ਕੇ ਉੱਚੇ ਦੁਮਾਲੇ ਵਾਲਾ ਹੋ ਗਿਆ।
ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਿਮਾਲੜਾ। ਸਭ ਹੋਈ ਛਿੰਝ ਇਕੱਠੀਆ, ਦਉ ਬੈਠਾ ਵੇਖੇ ਆਪ ਜਿਉ। ਕਹਿੰਦੇ ਸਾਰੀ ਦੀ ਸਾਰੀ ਛਿੰਝ, ਇਹ ਦੁਨੀਆ ਕੀ ਹੈਗੀ, ਇਹ ਧਰਤੀ ਕੀ ਹੈਗੀ, ਇਹ ਛਿੰਝ ਹੈਗੀ। ਛਿੰਝ ਕਹਿੰਦੇ ਆ ਘੋਲ, ਛਿੰਝ ਘੋਲ ਨੂੰ ਕਹਿੰਦੇ ਆ। ਸਭ ਹੋਈ ਛਿੰਝ ਇਕੱਠੀਆ, ਦਉ ਬੈਠਾ ਵੇਖੇ ਆਪ ਜਿਉ। ਔਰ ਮਾਲਕ ਪਰਮਾਤਮਾ ਇਹ ਛਿੰਝ ਨੂੰ ਦੇਖ ਰਿਹਾ ਹੈ, ਘੋਲ ਨੂੰ ਵੇਖ ਰਿਹਾ ਹੈ, ਪੂਰੀ ਤਰ੍ਹਾਂ ਦੇਖ ਰਿਹਾ ਹੈ। ਇੱਧਰੋਂ ਆ ਰਹੇ ਭਲਵਾਨ ਘੋਲਣ ਵਾਸਤੇ ਆ ਰਹੇ ਆ, ਔਰ ਘੋਲ ਕਰਕੇ ਜਿਹੜਾ ਹੈਗਾ ਜਾ ਰਹੇ ਭਾਈ। ਕੀ ਹੋ ਰਿਹਾ ਅੱਗੇ ਮਹਾਰਾਜ ਦੱਸਦੇ ਆ ਭਾਈ, ਕਿਸ ਤਰ੍ਹਾਂ ਦਾ ਘੋਲ ਹੋ ਰਿਹਾ ਹੈ, ਕਿਸੀ ਛਿੰਝ ਪਈ ਹੋਈ ਆ। ਪਰ ਜਿਹੜੇ ਨਾਮ ਅਭਿਆਸੀ ਕਹਿੰਦੇ ਮੈਂ ਤਾਂ ਗੁਰੂ ਨੂੰ ਮਿਲ ਕੇ ਜਿਹੜਾ ਹੈਗਾ ਦੁਮਾਲੇ ਵਾਲਾ ਹੋ ਗਿਆ, ਚੰਗਾ ਮੇਰੇ ਚ ਪਾਵਰ ਨਹੀਂ ਸੀਗੀ, ਕੁਛ ਨਹੀਂ, ਗੁਰੂ ਨੇ ਮੈਨੂੰ ਕਵਾਇ ਦੇ ਦਿੱਤੀ। ਮੈਂ ਜਿਹੜਾ ਹੈਗਾ ਗੁਸਾਈ ਦਾ ਪਹਿਲਵਾਨ ਰਹਾਂਗਾ, ਇਸ ਕਰਕੇ ਮੈਨੂੰ ਤਾਂ ਕੋਈ ਡਰ ਹੀ ਨਹੀਂ ਹੈ ਇਸ ਛਿੰਝ ਦੇ ਵਿੱਚ, ਇਸ ਘੋਲ ਦੇ ਵਿੱਚ। ਵਾਤ ਵੱਜਣ ਟਮਕ ਭੇਰੀਆਂ, ਕਹਿੰਦੇ ਇੰਨੇ ਜਿਹੜੇ ਆ ਵਾਤ ਕਹਿੰਦੇ ਹੁੰਦੇ ਆ ਨਾ, ਇਹ ਕਹਿੰਦੇ ਅਮਲ ਪਿੱਤ ਵਾਤ। ਵਾਤ ਜਿਹੜਾ ਗੈਸ, ਗੈਸ ਕਹਿੰਦੇ ਹਵਾ, ਵਾਯੂ ਕਹਿੰਦੇ। ਕਈ ਜਿਹੜੇ ਆ ਵਾਯੂ ਦੇ ਵੀ ਜਿਹੜੇ ਯੰਤਰ ਵੱਜ ਰਹੇ ਆ ਭਾਈ ਇਹ ਛਿੰਝ ਦੇ ਵਿੱਚ। ਵਾਤ ਵੱਜਣ ਟਮਕ, ਟਮਕ ਕਹਿੰਦੇ ਛੋਟੀ ਛੋਟੀ ਜਿਹੜੀ ਹੈਗੀਆਂ ਭੇਰੀਆਂ, ਭੇਰੀਆਂ ਜਿਹੜੇ ਢੋਲ ਢੂਲ ਜਿਹੜੇ ਹੋਰ ਜਿਹੜੇ ਹੈਗੇ ਵੱਜ ਰਹੀਆਂ ਇਹਦੇ ਵਿੱਚ। ਕੀ ਹੋ ਰਿਹਾ ਇੱਥੇ, ਮਲ ਲੱਥੇ ਲੈਂਦੇ ਫੇਰੀਆਂ, ਕਹਿੰਦੇ ਮਲ ਆਉਂਦੇ ਆ। ਮਲ ਕਹਿੰਦੇ ਆ ਜਿਹੜੇ ਘੋਲ ਕਰਨ ਵਾਲੇ ਭਲਵਾਨ ਲੱਥੇ ਲੈਂਦੇ ਫੇਰੀਆਂ ਲੈ ਰਹੇ ਆ, ਇੱਧਰੋਂ ਆ ਰਹੇ ਉੱਧਰੋਂ ਜਾ ਰਹੇ ਆ। ਮਲ ਲੱਥੇ ਲੈਂਦੇ ਫੇਰੀਆਂ, ਵਾਰੀ ਵਾਰੀ ਆਈ ਜਾਂਦੇ ਆ ਜਾਈ ਜਾਂਦੇ ਆ। ਮਲ ਲੱਥੇ ਲੈਂਦੇ ਫੇਰੀਆਂ, ਨਿਹੱਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਉ। ਮਾਲਕਾ ਮੇਰੇ ਗੁਰੂ ਨੇ ਮੈਨੂੰ ਥਾਪੀ ਦੇ ਦਿੱਤੀ, ਮੇਰੇ ਮੋਢੇ ਤੇ ਥਾਪੜਾ ਦੇ ਦਿੱਤਾ, ਮੈਂ ਤਾਂ ਇਹ ਘੋਲ ਜਿੱਤ ਲਿਆ। ਪੰਜ ਜਵਾਨਾਂ ਦੇ ਨਾਲ ਘੋਲਿਆ ਭਾਈ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਨਾਲ। ਨਿਹੱਤੇ ਪੰਜ ਜਵਾਨ ਮੈਂ ਇਹਨਾਂ ਨੂੰ ਬਿਲਕੁਲ ਜਿਹੜਾ ਹੈਗਾ ਇਹਨਾਂ ਦੀ ਤਸੱਲੀ ਕਰਾ ਦਿੱਤੀ। ਇਹਨਾਂ ਦੇ ਸਾਰੇ ਸ਼ਸਤਰ ਸ਼ੁਸਤਰ ਖੋਲੇ। ਨਿਹੱਤੇ ਪੰਜ ਜਵਾਨ ਮੈਂ, ਗੁਰ ਥਾਪੀ ਦਿੱਤੀ ਕੰਡ ਜਿਉ। ਮੇਰੇ ਗੁਰੂ ਨੇ ਮੇਰੇ ਮੋਢੇ ਤੇ ਮੈਨੂੰ ਥਾਪੜਾ ਦਿੱਤਾ ਸੀ। ਤਾਂ ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ। ਓਏ ਹੋਏ ਹੋਏ, ਸਭ ਇਕੱਠੇ ਹੋਏ ਆਇਆ। ਕਹਿੰਦੇ ਇੱਥੇ ਦੇਖ ਲਓ, ਹੁਣ ਆਪਾਂ ਇੱਕ ਪਰਿਵਾਰ ਦੇ ਵਿੱਚ ਇਕੱਠੇ ਹੋ ਕੇ ਆ ਗਏ ਹਾਂ। ਐਸੇ ਤਰੀਕੇ ਦੇ ਨਾਲ ਸਾਰਾ ਸੰਸਾਰ ਇੱਕ ਪਰਿਵਾਰ ਹੈਗਾ। ਸਾਰੇ ਘੋਲ ਕਰਨ ਵਾਸਤੇ ਆਏ, ਇਕੱਠੇ ਹੋ ਕੇ ਇੱਥੇ ਆ ਕੇ ਮਿਲ ਗਏ, ਸਾਰੇ ਇਕੱਠੇ ਹੋ ਗਏ ਸਾਰੇ। ਕਰ ਜਾਸਨ ਵਾਟ ਵਟਾਇਆ। ਓਹੋ, ਆਉਣ ਦਾ ਇੱਕ ਜਗ੍ਹਾ ਹੈਗੀ, ਜਾਣ ਦੀ ਜਗ੍ਹਾ ਨਹੀਂ ਇੱਕ ਹੈਗੀ। ਸਾਰਿਆਂ ਦੀ ਵਾਟ ਅਲੱਗ ਆ, ਵੱਟੀ ਹੋਈ ਅਲੱਗ-ਅਲੱਗ ਵਾਟ ਤੇ ਤੁਰਨਗੇ ਸਾਰੇ। ਕੋਈ ਕਿਸੇ ਜ਼ੋਨ ਚ ਜਾਏਗਾ, ਕੋਈ ਕਿਸੇ ਜ਼ੋਨ ਚ ਜਾਏਗਾ। ਸਭ ਇਕੱਠੇ ਹੋਏ ਆਇਆ, ਕਰੇ ਜਾਸਨ ਵਾਟ ਵਟਾਇਆ। ਵੱਟੀ ਕਹਿੰਦੇ ਉਹਦਾ ਰਸਤਾ ਅਲੱਗ, ਉਹਦਾ ਰਸਤਾ ਅਲੱਗ। ਸਭ ਇਕੱਠੇ ਹੋਏ ਆਇਆ, ਕਰੇ ਜਾਸਨ ਵਾਟ ਵਟਾਇਆ। ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜਿਉ। ਜਿਨ੍ਹਾਂ ਨੂੰ ਗੁਰੂ ਨੇ ਥਾਪੀ ਦਿੱਤੀ ਸੀਗੀ, ਜਿਹੜੇ ਗੁਰੂ ਦੇ ਅਨੁਸਾਰ ਯਾਤਰਾ ਕੀਤੀ, ਜਿਨ੍ਹਾਂ ਨੇ ਗੁਰੂ ਦੇ ਅਨੁਸਾਰ ਘੋਲ ਕੀਤਾ, ਜਿੱਤ ਗਏ। ਉਹਨਾਂ ਨੇ ਨਿਹੱਥੇ ਕਰਤੇ ਪੰਜ ਜਵਾਨ। ਮਨਮੁਖ ਜਿਹੜੇ ਸੀਗੇ, ਹੁਣ ਦੇਖੋ ਗੁਰਮੁਖ ਦੇ ਉੱਤੇ ਸਿਹਾਰੀ ਲਾਈ ਆ ਮਹਾਰਾਜ ਨੇ, ਔਰ ਮਨਮੁਖ ਦੇ ਉੱਤੇ ਸਿਹਾਰੀ ਨਹੀਂ ਲਗਾਈ। ਗੁਰਮੁਖ ਜਿਹੜੇ ਗੁਰੂ ਦੇ ਅਨੁਸਾਰ ਚੱਲੇ, ਗੁਰਮੁਖ ਸਿਸਟਮ ਦੇ ਵਿੱਚ ਆ ਗਏ, ਗੁਰੂ ਦੇ ਦੁਆਰਾ ਜਿਨ੍ਹਾਂ ਨੇ ਆਪਣੀ ਯਾਤਰਾ ਕੀਤੀ, ਲਾਭ ਲੈ ਗਏ। ਕਹਿੰਦੇ ਉਹ ਮਨਮੁਖ, ਬਹੁਤ ਸਾਰੇ ਮਨਮੁਖ, ਕੀ ਉਹਨਾਂ ਨੇ ਕੀਤਾ? ਮੈਜੋਰਿਟੀ ਨੇ ਕੀ ਕੀਤਾ? ਬਸ ਮੂਲ ਵੀ ਗਵਾ ਲਿਆ ਆਪਣਾ। ਮੂਲ ਕੀ ਸੀਗਾ? ਮੂਲ ਸੀਗੇ ਮਨੁੱਖੀ ਜੂਨ। ਮਨੁੱਖੀ ਜੂਨ ਖੋ ਲਈ, ਖਤਮ। ਬਸ ਇੱਥੋਂ ਸਟਾਰਟ ਹੋਈ ਸੀ ਜਰਨੀ, ਮਨੁੱਖੀ ਜੂਨ ਤੋਂ। ਗਵਾ ਲਿਆ ਮਨੁੱਖੀ ਜੂਨ ਨੂੰ, ਮੂਲ ਗਵਾ ਲਿਆ ਉਹਨਾਂ ਨੇ। ਲਾਭ ਲੈਣਾ ਸੀਗਾ, ਔਰ ਲਾਭ ਤਾਂ ਕੀ ਆ, ਮੂਲ ਵੀ ਗਵਾ ਲਿਆ। ਸਭ ਇਕੱਠੇ ਹੋਏ ਆਇਆ, ਕਰੇ ਜਾਸਨ ਵਾਟ ਵਟਾਇਆ। ਗੁਰਮੁਖ ਲਾਹਾ ਲੈ ਗਏ,
मनमुख चले मूल गवाए जियो। तू वरना चिन्ह बाहरा, हर दिस है हाजर जाहरा। हे मेरे मालका, तेरा ना कोई वर्ण हैगा, ना कोई चिन्ह हैगा, तेरा ना कोई रूप हैगा, इस तो बाहर है, पंजा तत्तां दी रचना नहीं हैगा। हर दिसे हाजर जाहरा, पर मालका तू हाजर हाजूर दिस रहा है, बिल्कुल जाहर दिस रहा है। सुन सुन तुझे ध्यान दे, तेरे भगत रते गुण तास जियो। सुन सुन के, सुने सिद्ध पीर सुरनाथ, सुने धरता वाला आकाश, वो नाम, वो ध्यान, वो शब्द, ਉਹਨੂੰ ਸੁਣ ਕੇ ਧਿਆਨ ਦੇ ਵਿੱਚ ਜਿਹੜਾ ਸਿਮਰਨ ਧਿਆਨ ਦੇ ਵਿੱਚ ਕਨਵਰਟ ਹੋ ਜਾਂਦਾ ਹੈ। ਸੁਣ ਤੁਝੇ ਧਿਆਨ ਦੇ ਵਿੱਚ ਚਲੇ ਜਾਂਦੇ ਆ, ਤੇਰੇ ਨਾਲ ਧਿਆਨ ਲੱਗ ਜਾਂਦਾ ਉਹਨਾਂ ਜਿਹੜੇ ਤੇਰੇ ਭਗਤ ਹੈਗੇ। ਵੀਰ ਜੀ ਹਾਂਜੀ, ਜਿਹੜਾ ਮੂਲ ਗਵਾਏ ਜੀ ਉਹ ਕਿਤੇ ਤਾਂ ਨਹੀਂ ਪ੍ਰਾਣ ਸ਼ਕਤੀ ਮੂਲ ਗਵਾਏ, ਜਿਹੜਾ ਮੂਲ ਉੱਤੇ ਪਈ ਹੈ ਤੁਹਾਡੀ, ਉਹ ਮੂਲ ਗਵਾ ਕੇ ਚਲੇ ਜਾਂਦੇ ਆ ਮਨ। ਵੀਰ ਜੀ ਮੂਲ ਗਵਾ ਲਿਆ ਤੇ ਫਿਰ ਗਾਹਾਂ ਜਿਹੜਾ ਹੈਗਾ ਵਾਪਸ ਮਨੁੱਖਾ ਸਰੀਰ ਮਿਲੂਗੀ ਆਪਾਂ ਨੂੰ। ਉਹੀ ਕਹਿੰਦੇ ਨਾ ਵੀ ਮੂਲ ਗਵਾ ਕੇ ਚਲੇ ਜਾਂਦੇ ਆ ਮਨਮੁਖ, ਜਿਹੜੀ ਪ੍ਰਾਣ ਸ਼ਕਤੀ ਆ ਉਹਨਾਂ ਦੀ ਵੇਸਟ ਚਲੀ ਜਾਂਦੀ। ਸਰੀਰ ਹੀ ਆਪਣਾ ਸਰੀਰ ਹੀ ਤਾਂ ਮੂਲ ਹੈਗਾ ਵੀਰ ਜੀ। ਮਨੁੱਖਾ ਸਰੀਰ ਮਿਲੀ ਹੈ ਤੇ ਪ੍ਰਾਣ ਸ਼ਕਤੀ ਹੈਗੀ ਆਪਣੇ ਕੋਲ। ਮਨੁੱਖਾ ਸਰੀਰ ਹੈਗਾ ਨਾ ਇੰਪੋਰਟੈਂਟ ਇਹ ਜੂਨ ਹੈਗੀ ਆਪਣੀ। ਹਾਂ, ਇਹ ਪ੍ਰਾਣ, ਉਹ ਤਾਂ ਗੱਲ ਤੁਹਾਡੀ ਸਹੀ ਹੈਗੀ, ਪਰ ਉਹ ਫਿਰ ਜਿਹੜੀ ਹੈਗੀ ਉਹ ਪੂਰੇ 100% ਤੇ ਨਹੀਂ ਜਾਏਗੀ ਨਾ। ਪ੍ਰਾਣ ਸ਼ਕਤੀ ਜਿਹੜੀ ਹੈਗੀ ਆ ਉਹਦੇ ਵਿੱਚ ਜਿਹੜਾ ਹੈ ਪ੍ਰਾਣ ਸ਼ਕਤੀ ਤਾਂ ਜਿਹੜੀ ਹਰੇਕ ਜੂਨ ਦੇ ਵਿੱਚ ਹੈਗੀ ਆ, ਪ੍ਰਾਣ ਸ਼ਕਤੀ ਹਰੇਕ ਦੇ ਵਿੱਚ ਹੈਗੀ ਆ, ਪਰ ਉਹ ਜਿਹੜੀ ਹੈਗੀ ਉਹਨੂੰ ਆਪਾਂ ਜਿਹੜੀ ਹੈਗੀ ਆ ਮਨੁੱਖ ਜੂਨ ਦੇ ਵਿੱਚ ਆਪਾਂ ਉਸ ਦੇ ਨਾਲ ਜਿਹੜਾ ਹੈਗਾ ਆਪਾਂ ਮਾਲਕ ਪਰਮਾਤਮਾ ਜਿਹੜਾ ਹੈਗਾ ਹੁਣ ਉਹਦੇ ਤੱਕ ਯਾਤਰਾ ਕਰ ਸਕਦੇ ਹਾਂ। ਮਾਲਕ ਪ੍ਰਗਟ ਹੋ ਜਾਂਦਾ ਹੈ, ਬਾਕੀਆਂ ਦੇ ਵਿੱਚ ਇਹ ਨਹੀਂ ਆਪਸ਼ਨ ਹੈਗਾ। ਹਾਂ, ਅੱਛਾ, ਆਪਾਂ ਸੀਗੇ ਤੂੰ ਵਰਨਾ ਚਿਹਨਾ ਬਾਹਰਾ, ਹਰ ਦਿਸੇ ਹਾਜ਼ਰ ਜਾਹਰਾ। ਸੁਣ ਸੁਣ ਤੁਝੇ ਧਿਆਨ ਦੇ, ਤੇਰੇ ਭਗਤ ਰਤੇ ਗੁਣ ਤਾਸ ਜਿਓ। ਕਹਿੰਦੇ ਤੇਰੇ ਭਗਤ ਜਿਹੜੇ ਹੈਗੇ ਉਹ ਪੂਰੀ ਤਰ੍ਹਾਂ ਰੱਤੇ ਜਾਂਦੇ ਆ, ਉਹ ਗੁਣਾਂ ਦੇ ਖਜ਼ਾਨੇ ਉਸ ਮਾਲਕ ਪਰਮਾਤਮਾ ਦੇ ਨਾਲ ਪੂਰੀ ਤਰ੍ਹਾਂ ਇੱਕਮਿਕ ਹੋ ਜਾਂਦੇ ਆ। ਧਿਆਨ ਦੇ ਬਾਅਦ ਨੈਕਸਟ ਸਟੇਜ ਰੱਤੇ ਹੋ ਜਾਂਦੇ ਆ, ਬਿਲਕੁਲ ਉਹਦੇ ਇੱਕਮਿਕ ਹੋ ਗਏ ਬਸ ਮਾਲਕ ਦੇ ਨਾਲ। ਗੁਣ ਸਾਗਰ ਦੇ ਵਿੱਚ ਚਲੀ ਗਈ, ਉਸ ਗੁਣਤਾਸ ਦੇ ਵਿੱਚ। ਮੈਂ ਜੁਗ ਜੁਗ ਦਇਆ ਸੇਵੜੀ। ਹੁਣ ਦੇਖ ਲਓ ਭਾਈ, ਜੁਗਾਂ ਦੇ ਵਿੱਚ ਇਹ ਨਹੀਂ ਹੈ ਸਤਜੁਗ ਤ੍ਰੇਤਾ ਦੁਆਪਰ, ਜੋ ਵੀ ਸਮਾਂ ਜਾ ਰਿਹਾ ਸਮੇਂ ਤੋਂ ਉੱਪਰ ਹੋ ਗਿਆ। ਹੁਣ ਜਿਹੜਾ ਅਭਿਆਸੀ ਸਮੇਂ ਤੋਂ ਉੱਪਰ ਹੋ ਗਿਆ, ਆਹੀ ਸੇਵਾ ਹੈ ਜੁਗ ਜੁਗ ਦਇਆ, ਉਸੇ ਮਾਲਕ ਪਰਮਾਤਮਾ ਦੀ ਸੇਵਾ ਦੇ ਵਿੱਚ। ਮੈਂ ਜੁਗ ਜੁਗ ਦਇਆ ਸੇਵੜੀ, ਗੁਰੇ ਕੱਟੀ ਮਿਹੰਡੀ ਜੇਵੜੀ। ਗੁਰੂ ਨੇ ਮੇਰੀ ਜਿਹੜੀ ਹੈਗੀ ਆ ਮੇਰੀ ਜਿਹੜੀ ਹੈਗੀ ਆ ਜੇਵੜੀ ਕਹਿੰਦੇ ਆ, ਉਹ ਬੇੜੀ ਕੱਟ ਦਿੱਤੀ ਗੁਰੂ ਨੇ। ਬੇੜੀ ਜਿਹੜਾ ਇਹਨਾਂ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਬੇੜੀ ਪਾਈ ਹੋਈ ਸੀ ਮਾਇਆ ਨੇ, ਜਿਹੜੀ ਗੁਰ ਕੱਟੀ ਮਹਿੰਦੀ ਜੇਵੜੀ, ਗੁਰੂ ਨੇ ਜਿਹੜੀ ਹੈਗੀ ਆ ਮੇਰੀ ਜਿਹੜੀ ਹੈਗੀ ਆ ਇਹ ਬੇੜੀ ਕੱਟ ਦਿੱਤੀ। ਬੇੜੀ ਕੱਟ ਦਿੱਤੀ ਮਤਲਬ ਵੀ ਫਿਰ ਦੁਬਾਰਾ ਨਹੀਂ ਆਉਣਾ। ਫਿਰ ਹਾਂ ਬਾਹੜ ਛਿੰਝ ਨਾ ਨਚੂ, ਨਾਨਕ ਅਵਸਰ ਲੱਦਾ ਭਾਲ ਜਿਓ। ਕਹਿੰਦੇ ਨਹੀਂ, ਹੁਣ ਦੁਬਾਰਾ ਨਹੀਂ। ਮੈਂ ਬਾਹੜ ਛਿੰਝਾ, ਦੇਖੋ ਮੁਕਤ ਹੋ ਗਿਆ ਭਾਈ, ਅਭਿਆਸੀ ਮੁਕਤ ਹੋ ਗਿਆ। ਹਾਂ ਬਾਹੜ ਛਿੰਝ ਨਾ ਨਚੂ, ਨਹੀਂ ਹੁਣ ਨਹੀਂ, ਮੈਂ ਤੂੰ ਨਹੀਂ ਆਊਂਗਾ। ਨਾਨਕ ਅਵਸਰ ਲੱਦਾ ਭਾਲ ਜਿਓ, ਬਸ ਆਹੀ ਅਵਸਰ ਸੀਗਾ, ਇਹਨੂੰ ਲੱਭ ਲਿਆ, ਭਾਲ ਲਿਆ ਇਸ ਮਨੁੱਖੀ ਸਰੀਰ ਦੇ ਵਿੱਚ। ਜਿਹੜਾ ਭਈ ਪ੍ਰਾਪਤ ਮਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਹਾਂਜੀ, ਇੱਕੋ ਹੀ ਅਸ਼ਟਪਦੀ ਹੋਈ ਹੈ। ਵਾਹਿਗੁਰੂ ਜੀ। ਹਾਂਜੀ 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 ਵਾਹਿਗੁਰੂ ਜੀ, ਮੂਲ ਸਵਾਸਾਂ ਦੀ ਪੂੰਜੀ ਨੂੰ ਮੇਰੇ ਖਿਆਲ ਕਹਿੰਦੇ ਆ ਨਾ।
ਮੂਲ ਜਿਹੜਾ ਸਰੀਰ ਸਵਾਸ ਸਾਰਾ ਕੁਝ ਮੂਲ ਹੀ ਆ ਆਪਣੇ ਕੋਲ, ਇਹੀ ਮੂਲ ਹੈ। ਮਨੁੱਖਾ ਜੂਨ ਸਭ ਤੋਂ ਇੰਪੋਰਟੈਂਟ ਹੈਗੀ ਆ। ਮੂਲ ਮਨੁੱਖਾ ਜੂਨ ਮਿਲੀ ਆਪਾਂ ਨੂੰ, ਸਵਾਸ ਤਾਂ ਮਿਲੇ ਆਪਾਂ ਨੂੰ। ਇਹ ਸਵਾਸਾਂ ਦੀ ਪੂੰਜੀ ਜਿਹੜੀ ਹੈਗੀ ਬਿਲਕੁਲ ਕਿਉਂਕਿ ਇਹਦੇ ਵਿੱਚ ਹੀ ਇਹਨਾਂ ਦੇ ਨਾਲ ਹੀ ਆਪਾਂ ਜਿਹੜੇ ਹੈਗੇ ਸਮਾਂ ਇੰਨਾ ਹੀ ਹੈਗਾ ਆਪਣੇ ਕੋਲ ਜਿਹੜਾ ਹੈਗਾ ਇਕੱਠੀ ਕਰਨ ਦੇ ਵਾਸਤੇ। ਜਿੰਨਾ ਤੇ ਸਵਾਸ ਹੈਗੇ ਆਪਣੇ ਕੋਲ। ਹਾਂ ਬਿਲਕੁਲ ਸਹੀ ਗੱਲ ਹੈ। ਹਾਂ ਠੀਕ ਹੈ। ਹਾਂਜੀ ਲਓ ਜੀ, ਅੱਜ ਫਿਰ ਇੰਨਾ ਹੀ ਕਰਦੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।